नमस्कार आदाब सत श्री अकाल हमदर्द टीवी देखने वाले ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਦਵਾਂਗੇ ਜਾਣਕਾਰੀ ਸੋ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਟੋਰਾਂਟੋ ਸਮੇਂ ਦੇ ਮੁਤਾਬਿਕ ਸ਼ਾਮ ਦੇ 3 ਵੱਜ ਚੁੱਕੇ ਨੇ ਤੇ ਦਿਨ ਹੈ ਜੀ ਅੱਜ ਬੁੱਧਵਾਰ ਸੋ ਕੈਨੇਡੀਅਨ ਇਮੀਗ੍ਰੇਸ਼ਨ ਦੇ ਉੱਤੇ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਹੁਣ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨਸ ਆਈਆਂ ਨੇ ਤੇ ਵੱਖ-ਵੱਖ ਪ੍ਰੋਸੈਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਕੋਪ ਕੀ ਹੈ ਇਸ ਵਕਤ ਕੈਨੇਡਾ ਦੇ ਵਿੱਚ ਬਿਜ਼ਨਸ ਨੂੰ ਲੈ ਕੇ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੁਹਾਡਾ ਕੋਈ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਪਡੇਸ਼ਨ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਸਵਾਗਤ ਹੈ ਸਰ ਥੈਂਕ ਯੂ ਵੈਰੀ ਮਚ ਤਰਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ ਕੀ ਹਾਲ ਚਾਲ ਨੇ ਸਰ ਤਰਨ ਆਲ ਗੁੱਡ ਸਭ ਠੀਕ ਠਾਕ ਹੈ ਜੀ ਵੈਸੇ ਵੀ 2021 ਕਾਫੀ ਗੁੱਡ ਰਿਹਾ ਸੀ ਦੇਖ ਰਹੇ ਹਾਂ ਪ੍ਰੋਸੈਸਿੰਗ ਕਾਫੀ ਫਾਸਟ ਹੋ ਰਹੀ ਹੈ ਸਟੂਡੈਂਟਸ ਲਈ ਗੁੱਡ ਰਿਹਾ ਸਪਾਊਸਸ ਦੇ ਕੇਸਿਸ ਜਿਹੜੇ ਆ ਹੌਲੀ ਹੌਲੀ ਹੋਣੇ ਸ਼ੁਰੂ ਹੋ ਚੁੱਕੇ ਨੇ ਸੋ ਪੇਰੈਂਟਸ ਦੀਆਂ ਐਪਲੀਕੇਸ਼ਨਸ ਵੀ ਆ ਗਈਆਂ ਨੇ ਸੋ ਤਾਜ਼ਾ ਅਪਡੇਸ਼ਨ ਦੀ ਗੱਲ ਕਰੀਏ ਸਰ ਇਸ ਵਕਤ ਇਮੀਗ੍ਰੇਸ਼ਨ ਪ੍ਰੋਸੈਸ ਕਿਵੇਂ ਚੱਲ ਰਿਹਾ ਕਿਉਂਕਿ ਆਪਾਂ ਅਪੀਲ ਦੀ ਗੱਲ ਕਰੀਏ ਲੋਕਡਾਊਨ ਵੀ ਈਜ਼ ਹੋਣਾ ਸ਼ੁਰੂ ਹੋ ਚੁੱਕਿਆ ਸੋ ਉਮੀਦ ਕਰ ਸਕਦੇ ਹਾਂ ਕਿ ਹੁਣ ਥੋੜਾ ਬਹੁਤ ਕੰਮ ਛੇਤੀ ਹੋਣਾ ਸ਼ੁਰੂ ਹੋ ਜਾਏਗਾ ਤਰਨ 2021 ਤੋਂ ਬਹੁਤ ਉਮੀਦਾਂ ਹੈ ਬਿਕੋਜ਼ 4 ਲੱਖ ਦਾ ਜਿਹੜਾ ਟੀਚਾ ਰੱਖਿਆ ਗਿਆ ਹੈਗਾ ਗਵਰਨਮੈਂਟ ਹਾਲੇ ਤੱਕ ਕਹਿ ਰਹੀ ਹੈ ਆਈਆਰਸੀਸੀ ਹਾਲੇ ਤੱਕ ਕਹਿ ਰਹੀ ਹੈ ਕਿ ਵੀ ਆਰ ਔਨ ਟਾਰਗੇਟ ਵੀ ਆਰ ਬਿਯੋਂਡ ਟਾਰਗੇਟ ਐਜ਼ ਫਾਰ ਐਜ਼ ਫਸਟ 2 months are concerned ਸੋ ਵਿਚ ਇਜ਼ ਅ ਵੈਰੀ ਅਮੇਜ਼ਿੰਗ ਥਿੰਗ ਬਿਕੋਜ਼ ਤੁਹਾਨੂੰ ਯਾਦ ਹੋਏਗਾ ਕਿ 27332 ਦਾ ਜਿਹੜਾ ਡਰਾ ਨਿਕਲਿਆ ਸੀਗਾ ਉਹਨੇ ਹੀ ਕਾਫੀ ਸਾਰੀ ਚੀਜ਼ਾਂ ਚੇਂਜ ਕਰ ਦਿੱਤੀਆਂ ਸੀਗੀਆਂ ਐਂਡ ਅਦਰਵਾਈਜ਼ ਨਾਰਮਲ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਦੇਖਦੇ ਸੀਗੇ 3500 ਦਾ ਇੱਕ ਡਰਾ ਹੋਇਆ 4000 ਦਾ ਦੂਸਰਾ ਹੋ ਗਿਆ ਤਾਂ ਇਸ ਤਰ੍ਹਾਂ 7000 ਤੋਂ 27000 ਨੇ ਕਾਫੀ ਸਾਰੀ ਚੇਂਜ ਕੀਤੀਆਂ ਹੈਗੀਆਂ ਸੋ ਇਸ ਸਾਲ ਜਿਹੜਾ ਟਾਰਗੇਟ ਹੈਗਾ ਗਵਰਨਮੈਂਟ ਦਾ 4,01,000 ਇਮੀਗ੍ਰੈਂਟਸ ਦਾ ਦੇ ਆਰ ਔਨ ਟਾਰਗੇਟ ਐਂਡ ਯੂ ਆਰ ਐਬਸੋਲਿਊਟਲੀ ਰਾਈਟ ਜੀ ਚੀਜ਼ਾਂ ਈਜ਼ ਹੋਣੀਆਂ ਸ਼ੁਰੂ ਹੋ ਗਈਆਂ ਬਿਕੋਜ਼ ਜਿਸ ਤਰ੍ਹਾਂ ਹੁਣ 4 ਵੈਕਸੀਨਸ ਕੈਨੇਡਾ ਦੇ ਵਿੱਚ ਅਪਰੂਵ ਹੋ ਚੁੱਕੀਆਂ ਹੈਗੀਆਂ ਸੋ ਕੁਆਂਟਿਟੀ ਜਿਹੜੀਆਂ ਵੈਕਸੀਨਸ ਦੀ ਅਵੇਲੇਬਲ ਆ ਉਹ ਜ਼ਿਆਦਾ ਤਾਦਾਦ ਦੇ ਵਿੱਚ ਅਵੇਲੇਬਲ ਹੈਗੇ ਨੇ ਉਹਦੇ ਨਾਲ ਹੀ ਚੀਜ਼ਾਂ ਈਜ਼ ਹੋਣੀਆਂ ਸ਼ੁਰੂ ਹੋ ਗਈਆਂ ਸੋ 2 ਦਿਨ ਤੋਂ ਸਾਨੂੰ ਪੀਲ ਦੀ ਗੱਲ ਕਰੀਏ ਟੋਰਾਂਟੋ ਦੀ ਗੱਲ ਕਰੀਏ ਉੱਥੇ ਵੀ ਈਜ਼ ਸ਼ੁਰੂ ਹੋ ਗਿਆ ਹੁਣ ਸਟੇ ਐਟ ਹੋਮ ਖਤਮ ਹੋ ਗਿਆ ਰਿਲੇਟਿਵਲੀ ਹੁਣ ਗ੍ਰੇ ਜ਼ੋਨ ਦੇ ਵਿੱਚ ਆ ਗਿਆ ਸੀ ਐਂਡ ਇਮੀਗ੍ਰੇਸ਼ਨ ਦੇ ਨੰਬਰਸ ਦੇ ਉੱਤੇ ਵੀ ਇਹਦਾ ਇੰਪੈਕਟ ਹੁਣ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਜੀ ਬਿਲਕੁਲ ਜਿਵੇਂ ਅਸੀਂ ਦੇਖ ਰਹੇ ਸੀ ਕਿ ਕਿਹਾ ਜਾ ਰਿਹਾ ਸੀ ਬਾਰ-ਬਾਰ ਕਿ ਮਿਸੀਸਾਗਾ ਆਫਿਸ ਦੇ ਵਿੱਚ ਵੀ ਜਿਹੜੀਆਂ ਫਾਈਲਸ ਪਈਆਂ ਨੇ ਇਸ ਕਰਕੇ ਥੋੜਾ ਡਿਲੇ ਹੋ ਰਿਹਾ ਕਿਉਂਕਿ ਅਜੇ ਕੰਮ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਸੀ ਸੋ ਹੁਣ ਪੀਲ ਰੀਜਨ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਲੋਕਡਾਊਨ ਥੋੜਾ ਖੁੱਲਣਾ ਸ਼ੁਰੂ ਹੋ ਚੁੱਕਿਆ ਸੋ ਪ੍ਰੋਸੈਸ ਦੇ ਵਿੱਚ ਥੋੜੀ ਤੇਜ਼ੀ ਆਉਣੀ ਸ਼ੁਰੂ ਹੋ ਜਾਏਗੀ ਜੀ ਬਿਲਕੁਲ ਤੇ ਸਰ ਆਪਾਂ ਗੱਲਬਾਤ ਕਰੀਏ ਅੱਜ ਦੇ ਮੁੱਖ ਟੌਪਿਕ ਦੇ ਉੱਤੇ ਸਭ ਤੋਂ ਪਹਿਲਾਂ ਬਿਜ਼ਨਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ ਕੁਆਰੀਜ਼ ਬਹੁਤ ਆ ਰਹੀਆਂ ਨੇ ਬਿਜ਼ਨਸ ਨੂੰ ਲੈ ਕੇ ਇਸ ਵਕਤ ਕੈਨੇਡਾ ਵਿੱਚ ਕਿਸ ਤਰੀਕੇ ਦਾ ਸਕੋਪ ਚੱਲ ਰਿਹਾ ਹੈ ਤਰਨ ਜੀ ਬਿਜ਼ਨਸ ਦੇ ਵਿੱਚ ਕਾਫੀ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰ ਰਹੀਆਂ ਹੈਗੀਆਂ ਅਸੀਂ ਓਨਰ ਓਪਰੇਟਰ ਦੀ ਗੱਲ ਕਰ ਲਈ ਅਸੀਂ ਇੰਟਰਾ ਕੰਪਨੀ ਟਰਾਂਸਫਰ ਦੀ ਗੱਲ ਕਰ ਲਈ ਅਸੀਂ ਸਟਾਰਟਅਪ ਵੀਜ਼ਾ ਦੀ ਗੱਲ ਕਰ ਲਈ ਅਸੀਂ ਐਂਟਰਪ੍ਰੈਨਿਓਰ ਪੀਐਨਪੀ ਪ੍ਰੋਗਰਾਮਸ ਹਰ ਪ੍ਰੋਵਿੰਸ ਦਾ ਅਲੱਗ-ਅਲੱਗ ਪ੍ਰੋਗਰਾਮ ਐਗਜ਼ਿਸਟ ਕਰਦਾ ਉਹਦੀ ਗੱਲ ਕਰ ਲਈਏ ਸੋ ਬਿਜ਼ਨਸਮੈਨ ਵਾਸਤੇ ਕਾਫੀ ਸਾਰੀ ਓਪਰਚੁਨਿਟੀਜ਼ ਐਗਜ਼ਿਸਟ ਕਰ ਰਹੀਆਂ ਹਾਂ ਇੱਕ ਚੀਜ਼ ਜ਼ਰੂਰ ਆ ਰਹੀ ਹੈਗੀ ਹੈ ਕਿ ਜਿਹੜਾ ਓਨਰ ਓਪਰੇਟਰ ਪ੍ਰੋਗਰਾਮ ਸੀਗਾ ਉਹਦੇ ਵਿੱਚ ਕਾਫੀ ਸਾਰੀਆਂ ਚੇਂਜਸ ਕਾਫੀ ਸਾਰੀ ਤਬਦੀਲੀਆਂ ਆ ਰਹੀਆਂ ਕੁਝ ਇੰਪਲੀਮੈਂਟ ਹੋ ਚੁੱਕੀਆਂ ਹੈਗੀਆਂ ਐਂਡ ਕੁਝ ਇੰਪਲੀਮੈਂਟ ਹੋਣ ਜਾ ਰਹੀਆਂ 1 April ਤੋਂ ਸੋ ਐਸੇ ਕਰਕੇ ਜਿਹੜੀਆਂ ਐਪਲੀਕੇਸ਼ਨਸ ਦੇ ਵਿੱਚ ਅਪਰੂਵਲ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ ਸੀਗੀ ਬਿਕੋਜ਼ ਗਵਰਨਮੈਂਟ ਵਾਂਟਡ ਕਿ ਨਵੇਂ ਆਸਪੈਕਟ ਦੇ ਨਾਲ ਉਹ ਫਾਈਲਸ ਨੂੰ ਦੇਖਿਆ ਜਾਵੇ ਐਂਡ ਉਹਦੇ ਵਿੱਚ ਕੀ ਹੈਗਾ ਜੀ ਤੁਹਾਡਾ ਬਿਜ਼ਨਸ ਜਿਹੜਾ ਜੇ ਬ੍ਰੈਂਡ ਨਿਊ ਬਿਜ਼ਨਸ ਹੋਏਗਾ ਕਿ ਤੁਹਾਡਾ ਤੇ ਉਹਦੇ ਤੇ ਓਨਰ ਓਪਰੇਟਰ ਹੋਣਾ ਥੋੜਾ ਜਿਹਾ ਡਿਫਿਕਲਟ ਹੋ ਜਾਏਗਾ ਹੋਰ ਡਿਫਿਕਲਟ ਹੋ ਜਾਏਗਾ ਹਾਲੇ ਤੱਕ ਵੀ ਡਿਫਿਕਲਟ ਸੀਗਾ ਬਟ ਹੁਣ ਉਹਦੇ ਤੇ ਅਪਰੂਵਲ ਦਿੰਦੇ ਹੋਏ 10 ਵਾਰੀ ਆਫੀਸਰ ਸੋਚਣਗੇ ਕਿ ਦੇਣਾ ਜਾਂ ਨਹੀਂ ਦੇਣਾ ਸੋ ਬੇਸਿਕਲੀ ਤੁਹਾਡਾ ਬਿਜ਼ਨਸ ਹੈਜ਼ ਟੂ ਬੀ ਰਨਿੰਗ ਜੇ ਬਿਜ਼ਨਸ ਤੁਹਾਡਾ ਰਨਿੰਗ ਹੈਗਾ ਆ ਤਾਂ ਹੀ ਅਪਰੂਵਲ ਹੋ ਸਕਦੀਆਂ ਹੁਣ ਸੈਕੰਡ ਚੀਜ਼ ਹੋਰ ਆ ਗਈ ਹੈਗੀ ਆਫਿਸਰ ਚਾਹੁੰਦੇ ਨੇ ਕਿ ਈਵਨ ਐਜ਼ ਅ ਓਨਰ ਓਪਰੇਟਰ ਤੁਸੀਂ ਆ ਰਹੇ ਹੋ ਤੁਸੀਂ ਪੈਸਾ ਵੀ ਇਨਵੈਸਟ ਕਰ ਰਹੇ ਹੋ ਬਟ ਵੀ ਸਟਿਲ ਵਾਂਟ ਟੂ ਸੀ ਦਾ ਐਡਵਰਟਾਈਜ਼ਮੈਂਟ ਔਨ ਦੈਟ ਹੁਣ ਐਡਵਰਟਾਈਜ਼ਮੈਂਟ ਕ੍ਰੀਏਟ ਕਰਨਾ ਤੇ ਐਡਵਰਟਾਈਜ਼ਮੈਂਟ ਦੇ ਉੱਤੇ ਰਨ ਕਰਨਾ ਤੇ ਬਿਕੋਜ਼ ਤੁਸੀਂ ਤੇ ਇਨਵੈਸਟਮੈਂਟ ਕੀਤੀ ਹੈ ਤੁਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਇਹ ਨਹੀਂ ਲਿਖ ਸਕਦੇ ਕਿ ਇਨਵੈਸਟਮੈਂਟ ਕਰਨ ਵਾਲਾ ਸਾਨੂੰ ਚਾਹੀਦਾ ਹੈਗਾ ਸੋ ਆਹ ਸਾਰੀਆਂ ਚੀਜ਼ਾਂ ਇਸ ਟਾਈਮ ਤੇ ਥੋੜੀ ਜਿਹੀਆਂ ਨਜ਼ਰ ਆ ਰਹੀਆਂ ਜਿਹੜੀ ਟੈਕਨੀਕਲ ਡਿਫਿਕਲਟੀਜ਼ ਨਜ਼ਰ ਆ ਰਹੀਆਂ ਬਟ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਈਜ਼ ਆਊਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਓਨਰ ਓਪਰੇਟਰ ਇਜ਼ ਸਟਿਲ ਵਨ ਆਫ ਦਾ ਬੈਸਟ ਪ੍ਰੋਗਰਾਮ ਜੇ ਤੁਹਾਡਾ ਬਿਜ਼ਨਸ ਰਨਿੰਗ ਹੈਗਾ ਅਪ ਐਂਡ ਰਨਿੰਗ ਹੈਗਾ ਤੁਹਾਡੇ ਕੋਲ 2 ਮਹੀਨਿਆਂ ਦੇ ਘੱਟੋ ਘੱਟ PD7 ਹੈ ਮਤਲਬ EMPLOYEE ਸਿਟਿੰਗ ਹੈਗੇ ਨੇ ਉਹ ਸਾਰਾ ਤੁਸੀਂ ਪ੍ਰੂਫ ਦੇ ਸਕਦੇ ਹੋ ਫਿਰ ਦਿਸ ਇਜ਼ ਸਟਿਲ ਅ ਗੁੱਡ ਵਨ ਆਫ ਦਾ ਬੈਸਟ ਪ੍ਰੋਗਰਾਮਸ ਬਟ ਜੇ ਤੁਸੀਂ ਬ੍ਰੈਂਡ ਨਿਊ ਬਿਜ਼ਨਸ ਬਾਏ ਕਰਨਾ ਹੈਗਾ ਗਵਰਨਮੈਂਟ ਵਾਂਟਸ ਟੂ ਸੀ ਆਫਿਸਰ ਵਾਂਟਸ ਟੂ ਸੀ ਕਿ ਤੁਹਾਡਾ ਬਿਜ਼ਨਸ ਤੁਸੀਂ ਕੁਝ ਸਟਾਕਸ ਹੈਗਾ ਤੁਹਾਡੇ ਕੋਲ ਤੁਸੀਂ ਸਟਾਕ ਵੇਚ ਰਹੇ ਹੋ ਤੁਹਾਡੇ ਕੋਲ ਇਨਵੈਂਟਰੀ ਹੈਗੀ ਹੈ ਜਾਂ ਨਹੀਂ ਹੈਗੀ ਸੋ ਆਹ ਸਾਰੀ ਚੀਜ਼ਾਂ ਡਿਬੇਟੇਬਲ ਹੈਗੀਆਂ ਸੋ ਐਸੇ ਵਾਸਤੇ ਜੇ ਤੁਹਾਡਾ ਬਿਜ਼ਨਸ ਅਪ ਐਂਡ ਰਨਿੰਗ ਹੈਗਾ ਆ ਤੇ ਐਬਸੋਲੂਟਲੀ ਸਟਿਲ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ ਇਸ ਸਾਲ ਤਰਨ ਜੀ
ਓਨਟਾਰੀਓ ਦੇ ਵਿੱਚ ਬਿਜ਼ਨਸ ਪ੍ਰੋਗਰਾਮ ਦੇ ਉੱਤੇ ਫੋਕਸ ਬਣਿਆ ਰਹੇਗਾ ਔਰ ਰਾਦਰ ਦੈਨ ਪੂਰੇ ਕੈਨੇਡਾ ਦੇ ਵਿੱਚ ਬਣਿਆ ਰਹੇਗਾ। ਦਾ ਰੀਜ਼ਨ ਇਜ਼ ਕਿ ਜਦੋਂ ਵੀ ਇਨਵੈਸਟਰ ਆਂਦਾ ਹੈਗਾ, ਬਿਜ਼ਨਸਮੈਨ ਆਂਦਾ ਹੈਗਾ, ਬਿਜ਼ਨਸ ਬਾਏ ਕਰਦਾ, ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਦਾ, ਇਕਨੋਮੀ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੰਦਾ ਹੈਗਾ, ਬਿਕੋਜ਼ ਆ ਕੇ ਘਰ ਖਰੀਦਦਾ ਹੈਗਾ, ਅਪਾਰਟਮੈਂਟਸ ਲੈਂਦੇ ਹੈਗੇ ਨੇ, ਰੈਂਟ ਤੇ ਲਿੱਤਾ ਇੱਕ ਖਰੀਦਿਆ, ਤੇ ਉਹ ਸਾਰੀ ਚੀਜ਼ਾਂ ਦੇ ਵਿੱਚ ਤੁਸੀਂ ਕੰਟਰੀਬਿਊਟ ਕਰ ਰਹੇ ਹੋ। ਸੋ ਦਿਸ ਪ੍ਰੋਗਰਾਮ ਓਨਰ ਓਪਰੇਟਰ ਇਜ਼ ਸਟਿਲ ਵਨ ਆਫ ਦਾ ਬੈਸਟ ਪ੍ਰੋਗਰਾਮ। ਹੁਣ ਇਸ ਤਰ੍ਹਾਂ ਇੱਕ ਹੋਰ ਚੀਜ਼ ਹੈਗੀ ਕਿ ਕੁਝ ਪ੍ਰੋਗਰਾਮਸ, ਕੁਝ ਦੋਸਤ ਇਹੋ ਜਿਹੇ ਹੈਗੇ ਨੇ ਜਿਹੜੇ ਬੈਕ ਹੋਮ ਬਿਜ਼ਨਸ ਕਰ ਰਹੇ ਨੇ ਐਂਡ ਦੇ ਵਾਂਟ ਟੂ ਗੈਟ ਇਨਟੂ ਅ ਸਿਮਿਲਰ ਬਿਜ਼ਨਸ ਹੇਅਰ। ਸੋ ਉਹਨਾਂ ਵਾਸਤੇ ਓਨਰ ਓਪਰੇਟਰ ਇਜ਼ ਨਾਟ ਦਾ ਪ੍ਰੋਗਰਾਮ ਫॉर them। ਉਹਨਾਂ ਵਾਸਤੇ ਇੰਟਰਾ ਕੰਪਨੀ ਇਜ਼ ਅ ਪ੍ਰੋਗਰਾਮ ਫॉर them। ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ ਤੁਸੀਂ ਜਿਹੜਾ ਸੇਮ ਬਿਜ਼ਨਸ ਬੈਕ ਹੋਮ ਕਰ ਰਹੇ ਹੋ, ਸੇਮ ਬਿਜ਼ਨਸ ਇੱਥੇ ਸਟੈਬਲਿਸ਼ ਕਰਨ ਜਾ ਰਹੇ ਹੈਗੇ, ਉਹਦੇ ਵਾਸਤੇ ਤੁਹਾਡੇ ਕੋਲ ਪਿਛਲੇ 2 ਸਾਲ ਦੇ ਫਾਈਨੈਂਸ਼ੀਅਲ ਜ਼ਰੂਰ ਹੋਣੇ ਚਾਹੀਦੇ ਨੇ। ਜੇ 3 ਸਾਲ ਦੇ ਹੈਗੇ ਨੇ, ਇਟ ਇਜ਼ ਮਚ ਬੈਟਰ। ਐਂਡ ਉਹਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਸੇਮ ਸੈਟ ਆਫ ਬਿਜ਼ਨਸ, ਸੇਮ ਆਈਡੀਆਜ਼ ਨੂੰ ਲੈ ਕੇ ਇੱਥੇ ਆਪਣਾ ਬਿਜ਼ਨਸ ਐਕਸਪੈਂਡ ਕਰਨ ਜਾ ਰਿਹਾ ਹੈਗਾ ਐਂਡ ਕੈਨੇਡਾ ਦੇ ਵਿੱਚ ਮੈਂ ਜੌਬ ਓਪਰਚੁਨਿਟੀਜ਼ ਵੀ ਕ੍ਰੀਏਟ ਕਰੂੰਗਾ ਉਸ ਬਿਜ਼ਨਸ ਦੇ ਰਾਹੀਂ। ਸੋ ਕੈਨੇਡੀਅਨਸ ਵਾਸਤੇ ਵੀ ਉਹ ਓਪਰਚੁਨਿਟੀਜ਼ ਕ੍ਰੀਏਟ ਕਰ ਰਹੀਆਂ। ਸੋ ਦੈਟ ਇਜ਼ ਅਨਦਰ ਬਿਊਟੀਫੁਲ ਪ੍ਰੋਗਰਾਮ ਜਿਹੜਾ ਅੱਜ ਦੀ ਤਰੀਕ 'ਚ ਕੰਮ ਕਰ ਰਿਹਾ ਹੈਗਾ। ਹੁਣ ਇਹਦੇ ਨਾਲ ਨਾਲ ਐਂਟਰਪ੍ਰੀਨਿਓਰ ਪ੍ਰੋਗਰਾਮ ਗੱਲ ਕਰੀਏ, ਅਸੀਂ ਓਨਟਾਰੀਓ ਦਾ ਪ੍ਰੋਗਰਾਮ ਐਗਜ਼ਿਸਟ ਕਰ ਰਿਹਾ, BC ਦਾ ਐਗਜ਼ਿਸਟ ਕਰ ਰਿਹਾ, ਮੈਨੀਟੋਬਾ ਦਾ, ਨੋਵਾ ਸਕੋਸ਼ੀਆ ਦਾ, ਨਿਊ ਬ੍ਰੰਸਵਿਕ, ਹਰ ਪ੍ਰੋਵਿੰਸ ਨੇ ਆਪਣਾ ਆਪਣਾ ਐਂਟਰਪ੍ਰੀਨਿਓਰ ਪ੍ਰੋਗਰਾਮ, ਹਰ ਇੱਕ ਦੀ ਰਿਕੁਆਇਰਮੈਂਟਸ ਡਿਫਰੈਂਟ ਹੈਗੀਆਂ। ਐਂਡ PNP ਪ੍ਰੋਗਰਾਮ ਇਹੋ ਜਿਹਾ ਹੈਗਾ ਜਿਹਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਹੈਗੀਆਂ, ਬਿਕੋਜ਼ ਪ੍ਰੋਵਿੰਸਸ ਪ੍ਰੋਗਰਾਮ ਨੂੰ ਦੇਖਦਿਆਂ ਹੋਇਆ ਕਿ ਸਾਨੂੰ ਕਿਸ ਤਰ੍ਹਾਂ ਦੇ ਕਲਾਇੰਟਸ ਮਿਲ ਰਹੇ ਨੇ, ਉਹਦੇ ਵਿੱਚ ਤਬਦੀਲੀਆਂ ਲਿਆਉਂਦੇ ਰਹਿੰਦੇ ਨੇ। ਸੋ ਬਟ ਬਿਜ਼ਨਸਮੈਨ ਵਾਸਤੇ there are lot of opportunities if you are a businessman sitting back home, ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋਏ ਹੋ, ਆਪਣੇ 3 ਸਾਲ ਦੇ ਫਾਈਨੈਂਸ਼ੀਅਲ ਸਾਡੇ ਨਾਲ ਸ਼ੇਅਰ ਕਰੋ, ਆਪਣਾ CVs, ਆਪਣੀ ਸਪਾਊਸ ਦਾ CV ਸਾਡੇ ਨਾਲ ਸ਼ੇਅਰ ਕਰੋ, ਜੇ ਨੈਟ ਐਸੈਟ ਦੀ ਡਿਟੇਲ ਸ਼ੇਅਰ ਕਰ ਦਿਓ, ਜੇ ਵੈਬਸਾਈਟ ਤੁਹਾਡੀ ਬਣੀ ਹੋਈ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਐਂਡ we will sit down and discuss ਕਿ what is the best program that will actually work for you. Would it be intra-company transfer, owner operator ਜਾਂ ਕੋਈ ਹੋਰ ਪ੍ਰੋਗਰਾਮ? ਸੋ ਇਨਫੋਰਮੇਸ਼ਨ ਲੈਣ ਵਾਸਤੇ send us an email info@iccimmigration.ca। ਜੀ ਇਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਦੀਆਂ ਕਾਲਸ ਲੈਣੀਆਂ ਸ਼ੁਰੂ ਕਰੀਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ। ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਇੱਕ ਕਰਕੇ ਸਾਨੂੰ ਕਾਲਸ ਫਾਰਵਰਡ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਜੀ। ਤੇ ਸਾਡੇ 2-3 ਨੇ ਨਾ ਨੈਣੀ ਦਾ ਕੋਰਸ ਕੀਤਾ ਤੇ ਉਹਦੇ 4 ਦੇ ਵਿੱਚੋਂ 3 ਨੰਬਰਾਂ 'ਚ 6 ਨੰਬਰ ਆਏ ਆ, 3 ਚੋਂ ਤੇ 1 ਚੋਂ 5 ਆਏ ਆ ਜੀ। ਤੇ ਉਹਦਾ ਅਸੀਂ ਪੁੱਛਣਾ ਵੀ ਉਹ ਕਿੱਦਾਂ ਦੁਬਾਰੇ ਉਹ ਪੰਜਵੇਂ ਸਾਡੇ ਤੇ ਜਾਂ ਨਾਲ ਹੀ ਚੱਲ ਜਾਊਗਾ? ਜੀ ਸਰ, ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਮ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ। ਮੇਰਾ ਨਾਮ ਵਿਨੈ ਹੈ ਜੀ। ਜੀ ਮੈਮ, ਮੇਰਾ ਕੁਐਸਚਨ ਇਹ ਹੈ, ਮੇਰੀ 2019 ਚ OIP ਚ ਆਈ ਸੀ ਜੀ, ਅਕਤੂਬਰ ਚ ਜੀ ਫਾਈਲ ਪਿਕ ਹੋ ਗਈ ਸੀ ਜੀ, ਤੇ ਅੱਜ ਉਸ ਕੱਲ ਨੂੰ 1.5 ਸਾਲ ਹੋ ਗਿਆ ਜੀ, ਉਸ ਤੋਂ ਕੋਈ ਅਪਡੇਟ ਨਹੀਂ ਹੈ ਜੀ। ਫੋਰਨ ਵਰਕਰ ਚ ਹੋਈ ਸੀ ਮੇਰੀ OIP ਚ ਜੀ। ਜੀ ਆਪਾਂ ਕੁਝ ਪੁੱਛਣਾ ਸਰ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਮੈਮ ਇੱਕ ਚੀਜ਼ ਇਹ ਹੈ, ਮੈਂ ਐਕਸਪ੍ਰੈਸ ਐਂਟਰੀ ਚ ਹੀ ਲਗਾਦਾ ਜੀ ਕਿ ਲੋੜ ਨਹੀਂ ਹੈ ਜੀ ਹੁਣ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਇਸ ਤੋਂ ਪਹਿਲਾਂ ਜਿਨ੍ਹਾਂ ਦੀ ਬ੍ਰੈਂਪਟਨ ਤੋਂ ਕਾਲ ਆਈ ਸੀ, ਨੈਨੀ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸੀ। ਸਰ ਜੀ, ਨੈਨੀ ਵਾਸਤੇ ਉਹ ਆਈਲੈਟ ਦੀਆਂ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ, ਬਟ ਐਜੂਕੇਸ਼ਨ ਦੀਆਂ ਤੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਜੇ ਮੀਟ ਕਰ ਰਹੇ ਨੇ, EMPLOYER ਇੱਥੇ ਹੈਗਾ ਤੇ ਐਬਸੋਲੂਟਲੀ ਉਹਨਾਂ ਦੀ ਫਾਈਲ ਲੱਗ ਸਕਦੀ ਹੈ ਜੀ। ਪ੍ਰੋਸੈਸਿੰਗ ਹੋ ਰਹੀ ਹੈ ਨੈਨੀ ਫਾਈਲਸ ਦੀ? ਬਿਲਕੁਲ ਪ੍ਰੋਸੈਸਿੰਗ ਹੋ ਰਹੀ ਹੈ। ਪ੍ਰੋਸੈਸਿੰਗ ਟਾਈਮ ਬੜਾ ਐਕਸਟੈਂਡਡ ਚੱਲ ਰਿਹਾ ਹੈਗਾ, ਬਟ ਯੈਸ ਪ੍ਰੋਸੈਸਿੰਗ ਹੋ ਰਹੀ ਹੈ ਜੀ। ਨੈਕਸਟ ਜਿਨ੍ਹਾਂ ਨੇ ਹੁਣੀ ਬ੍ਰੈਂਪਟਨ ਤੋਂ ਕਾਲ ਕੀਤੀ ਸੀ, ਇਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਚ ਵੀ ਲਗਾ ਸਕਦੇ? ਜੇ ਐਕਸਪ੍ਰੈਸ ਐਂਟਰੀ 19 ਦੇ ਵਿੱਚ ਇਹਨਾਂ ਦੀ ਫਾਈਲ ਪਿਕ ਹੋਈ ਸੀ ਅਕਤੂਬਰ ਦੇ ਵਿੱਚ, ਇਹਦਾ ਤੇ ਕਾਫੀ ਜ਼ਿਆਦਾ ਟਾਈਮ ਹੋ ਗਿਆ ਜੀ। ਤੁਸੀਂ ਆਪਣੇ ਕੰਸਲਟੈਂਟ ਲਾਇਰ ਦੀ ਥਰੂ ਇੱਕ ਕੁਐਰੀ ਜ਼ਰੂਰ ਪਾਓ ਆਪਣੀ ਫਾਈਲ ਦੇ ਉੱਤੇ ਐਂਡ ਐਬਸੋਲੂਟਲੀ ਤੁਸੀਂ ਦੋਨੋਂ ਵਾਲੇ ਪਾਸੇ ਜਾ ਸਕਦੇ ਸੀਗੇ। ਜੇ ਤੁਹਾਡਾ PNP ਅਪਰੂਵਡ ਸੀਗਾ ਤੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ, ਉਸ ਟਾਈਮ ਥਰੂ ਹੋ ਸਕਦੇ ਸੀ ਜੀ। ਬਿਲਕੁਲ। ਤੇ ਸਰ ਆਪਾਂ ਗੱਲ ਕਰ ਰਹੇ ਸੀ ਬਿਜ਼ਨਸ ਅਪਰਚੂਨਿਟੀ ਦੇ ਬਾਰੇ ਚ ਗੱਲ ਕਰ ਰਹੇ ਸੀ ਕਿ ਕੋਈ ਪ੍ਰੋਵਿੰਸਸ ਵਗੈਰਾ ਦਾ ਸਿਸਟਮ ਵੀ ਹੈਗਾ ਕਿ ਆ ਪ੍ਰੋਵਿੰਸ ਦੇ ਵਿੱਚ ਤੁਸੀਂ ਫਲਾਣਾ ਬਿਜ਼ਨਸ ਬਾਏ ਕਰੋ ਤਾਂ ਤੁਹਾਡਾ ਛੇਤੀ ਹੋ ਸਕਦਾ ਆ? ਤਰਨ ਹਰ ਪ੍ਰੋਵਿੰਸ ਅੱਜ ਦੀ ਤਰੀਕ ਦੇ ਵਿੱਚ ਆਂਦਾ ਕਿ ਮੇਰੇ ਕੋਲ ਬਿਜ਼ਨਸਮੈਨ ਆਣ। ਸੋ ਅਸੀਂ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਨਿਊ ਬ੍ਰਾਂਸਵਿਕ ਦੀ ਗੱਲ ਕਰ ਲਈਏ, ਐਟਲਾਂਟਿਕ ਐਜ਼ ਸੱਚ ਉੱਥੇ ਨਾ ਬੇਸਿਕਲੀ ਉਹਨਾਂ ਨੇ ਥਰਡ ਪਾਰਟੀਜ਼ ਹਾਇਰ ਕੀਤੀਆਂ ਜਿਹੜੀ ਤੁਹਾਡੇ ਅਸੈਸਮੈਂਟਸ ਕਰਦੀਆਂ, ਤੁਹਾਡੇ ਨੈਟ ਐਸੈਟਸ ਦੀਆਂ, ਤੁਹਾਡੇ ਬਿਜ਼ਨਸ ਦੇ ਅਸੈਸਮੈਂਟਸ ਕਰਦੀਆਂ ਹੈਗੀਆਂ। ਸੋ KPMG, ਡਿਲੋਇਟ ਇਹੋ ਜਿਹੀ ਕੰਪਨੀਜ਼ ਹੈਗੀਆਂ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਹੈਗੀਆਂ। ਉਹ ਜਿਸ ਕੰਟਰੀ ਦੇ ਵਿੱਚ ਵੀ ਤੁਹਾਡਾ ਬਿਜ਼ਨਸ ਹੈ, ਉਸ ਕੰਟਰੀ ਦੇ ਆਪਣੇ ਆਫਿਸ ਨੂੰ ਕਹਿ ਕੇ ਤੁਹਾਡੀਆਂ ਵੈਲੂਏਸ਼ਨਸ ਅਸੈਸਮੈਂਟਸ ਕਰਵਾਉਂਦੀਆਂ ਹੈਗੀਆਂ। ਉੱਥੇ ਇੱਕ ਖਰਚਾ ਤੁਹਾਡਾ ਇਹ ਐਕਸਟਰਾ ਹੈਗਾ। ਅਦਰ ਦੈਨ ਦੈਟ ਉੱਥੇ ਜਿਹੜੀ ਫਾਈਲਸ ਹੈਗੀਆਂ ਉਹ ਕਾਫੀ ਸਪੀਡ ਦੇ ਨਾਲ ਮੂਵ ਹੁੰਦੀਆਂ ਹੈਗੀਆਂ। ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਗੱਲ ਕਰੀਏ, ਐਟਲਾਂਟਿਕ ਇਜ਼ ਵਨ ਪ੍ਰੋਵਿੰਸ। ਐਟਲਾਂਟਿਕ
ਤੇ ਚਾਰੇ ਪ੍ਰੋਵਿੰਸਸ ਦੇ ਆਰ ਮੂਵਿੰਗ ਐਕਸੀਲੈਂਟਲੀ ਵੈਲ ਔਨ ਥੀਸ ਫਾਈਲਸ ਐਂਡ ਖਾਸ ਕਰ ਨੋਵਾ ਸਕੋਸ਼ੀਆ ਦੀ ਫਾਈਲਸ ਬੜੀਆਂ ਜਲਦੀਆਂ ਮੂਵ ਹੋ ਰਹੀਆਂ ਹੈਗੀਆਂ ਕੋਈ ਵੀ ਦੋਸਤ ਬਟ ਅਗੇਨ ਡਿਪੈਂਡ ਕਰਦਾ ਹੈਗਾ ਕਿ ਬਟ ਉੱਥੇ ਆ ਕੇ ਜੇ ਤੁਸੀਂ ਉਹਦੇ ਵਿੱਚ ਆ ਰਹੇ ਹੋ ਉਸ ਪ੍ਰੋਵਿੰਸ ਦਾ ਫਾਇਦਾ ਲੈ ਰਹੇ ਹੋ ਤੁਹਾਨੂੰ ਉਸ ਪ੍ਰੋਵਿੰਸ ਦੇ ਵਿੱਚ ਹੀ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਪਏਗਾ ਐਂਡ ਇਵੈਂਚੁਅਲੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਵੀ ਉੱਥੇ ਹੋ ਜਾਏਗੀ। ਸਰ ਇਹਦੇ ਲਈ ਕੀ ਕ੍ਰਾਈਟੇਰੀਆ ਮੀਟ ਕਰਨਾ ਪਏਗਾ ਕਿ ਤੁਹਾਨੂੰ ਪਿਛਲੇ ਇਨਕਮ ਦੇ ਨਾਲ ਕੁਝ ਹੋਰ ਵੀ ਦਿਖਾਉਣਾ ਪਏਗਾ ਜਾਂ ਕੋਈ ਤੁਹਾਡੀ ਐਜੂਕੇਸ਼ਨ ਦੀ ਰਿਕੁਆਇਰਮੈਂਟਸ ਵਗੈਰਾ ਚਾਹੀਦੀਆਂ ਹੋਣ? ਤਰਨ ਜਿਹੜੇ ਅਸੀਂ ਨੋਵਾ ਸਕੋਸ਼ੀਆ ਜਾਂ ਨਿਊ ਬ੍ਰਾਂਸਵਿਕ ਦੀ ਗੱਲ ਕਰੀਏ ਉੱਥੇ ਤੇ ਗ੍ਰੇਡ 12 ਦੇ ਨਾਲ ਵੀ ਤੁਸੀਂ ਆਰਾਮ ਦੇ ਨਾਲ ਕੁਆਲੀਫਾਈ ਕਰ ਜਾਂਦੇ ਹੈਗੇ ਹੋ ਬਟ ਅਗੇਨ ਆਫੀਸਰਸ ਦੇਖਣਾ ਚਾਹੁੰਦੇ ਨੇ ਕਿ ਪਿੱਛੇ ਤੁਹਾਡਾ ਐਕਸਪੀਰੀਅੰਸ ਕੀ ਹੈਗਾ ਪਿਛਲਾ ਬਿਜ਼ਨਸ ਮੈਨੇਜਮੈਂਟ ਦਾ ਐਕਸਪੀਰੀਅੰਸ ਹੈ ਤੁਸੀਂ ਸੇਮ ਬਿਜ਼ਨਸ ਬਾਏ ਕਰ ਰਹੇ ਹੋ ਤੁਹਾਡੇ ਐਸੈਟਸ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਹੋ ਡਿਊਰਿੰਗ ਵੈਨ ਯੂ ਆਰ ਐਸਟੈਬਲਿਸ਼ਿੰਗ ਯੂਰ ਬਿਜ਼ਨੈਸਸ ਸੋ ਉਹ ਸਾਰੀਆਂ ਚੀਜ਼ਾਂ ਦੇ ਵੈਰੀਫਿਕੇਸ਼ਨ ਦੇ ਉੱਤੇ ਟਾਈਮ ਜ਼ਿਆਦਾ ਲੱਗਦਾ ਐਂਡ ਉੱਥੇ ਆ ਕੇ ਪਹਿਲੇ ਤੁਹਾਨੂੰ ਵਰਕ ਪਰਮਿਟ ਮਿਲਦਾ ਹੈਗਾ ਫਿਰ ਤੁਸੀਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਹੋ ਜਦੋਂ ਬਿਜ਼ਨਸ ਐਸਟੈਬਲਿਸ਼ ਹੋ ਜਾਂਦਾ ਤੁਹਾਨੂੰ ਐਸਕਰੋ ਅਮਾਉਂਟ ਵੀ ਵਾਪਸ ਆ ਜਾਂਦੀ ਹੈ ਤੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲਸ ਵੀ ਪ੍ਰੋਸੈਸ ਹੋਣੀਆਂ ਇਹਦੇ ਬਾਰੇ ਗੱਲ ਕਰਾਂਗੇ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਟਨ ਤੋਂ ਬੋਲ ਰਹੇ ਹਾਂ। ਹਾਂਜੀ ਦੱਸੋ ਜੀ ਕੀ ਸਵਾਲ ਹੈ? ਮੈਂ ਇੱਕ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚ ਕਲੋਜ਼ ਕੁੜੀ ਆਈ ਸੀ ਪੜ੍ਹਨ ਵਾਸਤੇ ਉਹਦੇ ਹਸਬੈਂਡ ਨੂੰ 2 ਵਾਰੀ ਜਵਾਬ ਮਿਲ ਗਿਆ ਜੀ ਜੀ ਤੇ ਹੁਣ ਉਹ ਕੁੜੀ ਵਰਕ ਪਰਮਿਟ ਤੇ ਆ ਹੁਣ ਜੇ ਉਹ ਫਾਈਲ ਲਾਵੇ ਤਾਂ ਫਿਰ ਉਹਦਾ ਪ੍ਰੋਸੈਸ ਹੋ ਸਕਦਾ ਠੀਕ ਆ ਸਕਦਾ ਬੇਟਾ ਉਹਦਾ ਹਸਬੈਂਡ ਆ ਸਕਦੇ ਨੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਤਰਨ ਮੈਂ ਹਮੇਸ਼ਾ ਕਹਿੰਦਾ ਜੀ ਜਦੋਂ ਤੁਸੀਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਗਾ ਰਹੀ ਹੈ ਆਪਣਾ ਰਿਲੇਸ਼ਨਸ਼ਿਪ ਮੈਂਸ਼ਨ ਕੀਤਾ ਜਾਂ ਨਹੀਂ ਕੀਤਾ ਕਿਤੇ ਵੀਜ਼ਾ ਲੱਗਣ ਤੇ ਟਰੈਵਲ ਕਰਨ ਦੇ ਵਿਚਕਾਰ ਤਾਂ ਮੈਰਿਜ ਨਹੀਂ ਕੀਤੀ ਉਸ ਤੋਂ ਬਾਅਦ ਇਨਫੋਰਮ ਵੀ ਨਹੀਂ ਕੀਤਾ ਦਿਸ ਕੈਨ ਬੀ ਵਨ ਰੀਜ਼ਨ ਨਾਰਮਲੀ ਐਸ ਪਰ ਲਾਅ ਤੁਹਾਡਾ ਡਿਪੈਂਡੈਂਟ ਸਪਾਊਸ ਡਿਪੈਂਡੈਂਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗਾ ਹੈ ਐਂਡ ਅੱਜ ਦੀ ਤਰੀਕ ਦੇ ਵਿੱਚ ਜੇ ਇਹਨਾਂ ਨੂੰ 2 ਵਾਰੀ ਰਿਫਿਊਜ਼ਲ ਹੋ ਗਿਆ ਤੇ ਇਹਨਾਂ ਕੋਲ ਰਿਫਿਊਜ਼ਲ ਦੇ ਰੀਜ਼ਨਸ ਆਏ ਹੋਣਗੇ ਸੋ ਉਹ ਰੀਜ਼ਨਸ ਐਡਰੈਸ ਕਰਨੇ ਜ਼ਰੂਰੀ ਹੈਗੇ ਨੇ ਐਂਡ ਸੈਕੰਡ ਆਫ ਆਲ ਇਹਨਾਂ ਦੇ ਸਰਕਮਸਟੈਂਸਸ ਸਿਰਫ ਇਹਨਾਂ ਨੂੰ ਹੀ ਪਤਾ ਹੈਗੇ ਨੇ। ਇੱਕ ਚੀਜ਼ ਇੱਥੇ ਹੋਰ ਹੈਗੀ ਤਰਨ ਕਿ ਜੇ ਅੱਜ ਇਹਨਾਂ ਦੇ ਕੋਲ ਨੌਕਰੀ ਜੌਬ ਹੋਵੇ ਇਸ ਬੇਟੀ ਦੇ ਕੋਲ ਤੇ ਆਪਣੇ ਸਪਾਊਸ ਨੂੰ ਟੈਕਨੀਕਲੀ ਐਸ ਪਰ ਲਾਅ ਉਹ ਡਿਪੈਂਡੈਂਟ ਵੀਜ਼ਾ ਵਾਸਤੇ ਬੁਲਾ ਸਕਦੀ ਹੈ ਬਟ ਇਹਨਾਂ ਨੂੰ ਰਿਫਿਊਜ਼ਲ ਲੈਟਰ ਲੈ ਕੇ ਆਪਣਾ ਸਾਰਾ ਕੇਸ ਸਾਡੇ ਨਾਲ ਆ ਕੇ ਡਿਸਕਸ ਕਰਨਾ ਪਏਗਾ ਐਂਡ ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ ਫॉर दिस। ਸਰ ਇਹਦੇ ਵਿੱਚ ਇਹ ਵੀ ਇੱਕ ਰੀਜ਼ਨ ਹੋ ਸਕਦਾ ਜਿਵੇਂ ਕਿਸੇ ਸਪਾਊਸ ਦਾ ਪਹਿਲਾਂ ਤੋਂ ਹੀ ਕੋਈ ਕੈਨੇਡਾ ਦੇ ਵਿੱਚ ਰਿਜੈਕਸ਼ਨ ਲੱਗੀ ਹੋਵੇ ਜਾਂ ਕਿਸੇ ਹੋਰ ਮੁਲਕ ਦੀ ਡਿਪੋਰਟੇਸ਼ਨ ਹੋਈ ਹੋਵੇ ਤਾਂ ਉਹਦਾ ਇਫੈਕਟ ਵੀ ਪੈਂਦਾ ਹੈ 100% ਤਰਨ ਹੁੰਦਾ ਕੀ ਹੈਗਾ ਕਈ ਵਾਰੀ ਨਾ ਜਦੋਂ ਅਸੀਂ ਡਿਪੈਂਡੈਂਟ ਐਪਲੀਕੇਸ਼ਨ ਜਾਂ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਲਗਾਉਂਦੇ ਆ ਨਾ ਅਸੀਂ ਸੋਚਦੇ ਹਾਂ ਕਿ ਉੱਥੇ ਲਿਖਿਆ ਹੁੰਦਾ ਇੱਕ ਕਾਲਮ ਹੈਗਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਹੈਵ ਯੂ ਐਵਰ ਬੀਨ ਰਿਫਿਊਜ਼ਡ ਫॉर ਐਨੀ ਕੰਟਰੀ ਤੇ ਤੁਸੀਂ ਸਿਰਫ ਕੈਨੇਡਾ ਦਾ ਜਵਾਬ ਦਿੰਦੇ ਹੋ ਜਾਂ ਤੁਸੀਂ ਕਹਿੰਦੇ ਹੋ ਯਾਰ 10 ਸਾਲ ਪਹਿਲਾਂ ਸੀਗਾ ਆਪਾਂ ਇਨਫੋਰਮੇਸ਼ਨ ਕਿਉਂ ਦੇਣੀ ਹੈਗੀ ਹੈ। ਕਿਸੇ ਵੀ ਕੰਟਰੀ ਦਾ ਤੁਹਾਡੇ ਉੱਤੇ ਰਿਫਿਊਜ਼ਲ ਹੈਗਾ ਭਾਵੇਂ ਯੂਕੇ ਦਾ ਹੈਗਾ USA ਦਾ ਹੈਗਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਹੈਗਾ ਆ ਇਟ ਹੈਜ਼ ਟੂ ਬੀ ਮੈਂਸ਼ਨ ਐਂਡ ਜੇ ਕੈਨੇਡਾ ਦਾ ਵੀ ਹੈਗਾ 10 ਸਾਲ ਪੁਰਾਣਾ ਹੈ 20 ਸਾਲ ਪੁਰਾਣਾ ਹੈ 15 ਸਾਲ ਪੁਰਾਣਾ ਹੈ ਇਟ ਹੈਜ਼ ਟੂ ਬੀ ਮੈਂਸ਼ਨ ਬਿਕੋਜ਼ ਉਹਦੇ ਤੋਂ ਆਫਿਸਰ ਕਈ ਵਾਰੀ ਡਿਟਰਮਿਨ ਕਰ ਲੈਂਦੇ ਕਿ ਆਪ ਬੰਦਾ ਝੂਠ ਬੋਲ ਰਿਹਾ ਹੈਗਾ ਬਿਕੋਜ਼ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਮੈਂਸ਼ਨ ਨਹੀਂ ਕਰਦੇ ਤਾਂ ਉਹਦੇ ਬੇਸ ਦੇ ਉੱਤੇ ਤੁਹਾਡੀ ਫਾਈਲ ਬਲੈਕ ਲਿਸਟ ਹੋ ਜਾਂਦੀ ਹੈ। ਜੀ ਬਿਲਕੁਲ ਵਾਪਸ ਆਪਾਂ ਟੌਪਿਕ ਦੇ ਆਈਏ ਬਿਜ਼ਨਸ ਦੇ ਉੱਤੇ ਗੱਲਬਾਤ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਇਹਦੇ ਬੇਸ ਦੇ ਉੱਤੇ ਤੁਹਾਨੂੰ PR ਵੀ ਮਿਲ ਸਕਦੀ ਆ ਫੈਮਿਲੀ ਵੀ ਇਸ ਬੇਸ ਦੇ ਉੱਤੇ ਆ ਸਕਦੀ ਹੈ ਨਾਲ। ਬਿਲਕੁਲ ਤਰਨ ਜੀ ਜਦੋਂ ਪ੍ਰਿੰਸੀਪਲ ਐਪਲੀਕੈਂਟ ਨੂੰ ਵੀਜ਼ਾ ਲੱਗਦਾ ਤੇ ਫੈਮਿਲੀ ਨੂੰ ਵੀ ਡਿਪੈਂਡੈਂਟ ਵੀਜ਼ਾਸ ਗ੍ਰਾਂਟ ਕਰ ਦਿੱਤੇ ਜਾਂਦੇ ਨੇ ਸੋ ਸਪਾਊਸ ਨੂੰ ਵੀ ਡਿਪੈਂਡੈਂਟ ਵਰਕ ਪਰਮਿਟ ਮਿਲ ਜਾਂਦਾ ਹੈਗਾ ਬੱਚਿਆਂ ਨੂੰ ਡਿਪੈਂਡੈਂਟ ਸਟੱਡੀ ਪਰਮਿਟਸ ਮਿਲ ਜਾਂਦੇ ਨੇ। ਜੀ ਇਹਦੇ ਬਾਰੇ ਗੱਲ ਕਰਾਂਗੇ ਦਰਸ਼ਕ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ ਸੋ ਇੱਕ ਇੱਕ ਕਰਕੇ ਅਸੀਂ ਕਾਲਸ ਲੈਂਦੇ ਹਾਂ ਤੇ ਨਾਲ ਦੀ ਨਾਲ ਫਿਰ ਆਪਣੇ ਟੌਪਿਕ ਦੇ ਉੱਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਕੈਨੇਡਾ ਤੋਂ ਬੋਲਦੇ ਆ ਮੈਡਮ ਮੇਰੇ ਬੇਟੇ ਨੇ ਨਾ ਆਪਣੀ ਵਾਈਫ ਦਾ ਸਪਾਊਸ ਵੀਜ਼ਾ ਲਾਇਆ ਫਾਈਲ ਨੰਬਰ ਆ ਗਿਆ ਉਸ ਤੋਂ ਬਾਅਦ ਕਿੰਨਾ ਟਾਈਮ ਲੱਗ ਸਕਦਾ ਹੁਣ ਤੇ ਕਦੋਂ ਲਗਾਇਆ ਸੀ ਜੀ? ਉਹ ਸਤੰਬਰ ਚ ਲਗਾਇਆ ਸੀ ਤੇ ਫਾਈਲ ਨੰਬਰ ਹੁਣ ਆਇਆ ਉਸ ਤੋਂ ਬਾਅਦ ਮਤਲਬ ਆਉਣ ਦਾ ਕਿੰਨਾ ਟਾਈਮ ਲੱਗ ਸਕਦਾ ਹੁਣ ਇੱਥੇ ਕੈਨੇਡਾ ਚ? ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਅਗਲੇ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ ਦੱਸੋ ਜੀ ਕੀ ਸਵਾਲ ਹੈ? ਹਾਂਜੀ ਤੁਸੀਂ ਟੀਵੀ ਤੇ ਆਵਾਜ਼ ਨਾ ਸੁਣੋ ਜੀ ਫੋਨ ਤੇ ਸਾਡੇ ਨਾਲ ਗੱਲ ਕਰੋ। ਕੀ ਸਵਾਲ ਹੈ ਤੁਹਾਡਾ? ਬੋਲਦੇ ਆ ਜੀ ਬ੍ਰੈਂਪਟਨ ਤੋਂ ਜੀ ਕਾਂਤਰੀ ਦੇ ਅਸੀਂ ਪੁੱਛਣਾ ਆ ਕਿ ਜਦੋਂ ਜਿਹੜੇ ਪੇਰੈਂਟਸ ਦੇ ਲਾਟਰੀ ਸਿਸਟਮ ਦੇ ਪੇਪਰ ਆ ਉਹ ਕਦੋਂ ਲੱਗਣੇ ਨੇ ਪੇਪਰਸ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਹਾਂਜੀ ਮੈਂ ਮਿਕਸੀ ਸਾਹਿਬ ਗੱਲ ਬੋਲ ਰਿਹਾ ਤੇ ਮੈਂ ਪੁੱਛਣਾ ਸੀ ਮੈਂ ਵਰਕ ਪਰਮਿਟ ਹੋ ਗਿਆ ਹਾਂ ਤੇ ਮੈਂ ਕੋਈ ਸਟੱਡੀ ਕਰ ਸਕਦਾ ਪਾਰਟ ਟਾਈਮ ਕਰਨੀ ਹੋਵੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਸਰ ਪਹਿਲਾਂ ਜਿਨ੍ਹਾਂ ਦਾ ਸਪਾਊਸ ਵੀਜ਼ਾ ਨੂੰ ਲੈ ਕੇ ਆਇਆ ਸੀ ਕਿ ਸੈਪਟੰਬਰ 'ਚ ਫਾਈਲ ਲਗਾਈ ਸੀ, ਹੁਣ ਉਹਨਾਂ ਦਾ ਨੰਬਰ ਆਇਆ ਤੇ ਕਦੋਂ ਤੱਕ ਆ ਸਕਦਾ? ਤਰ੍ਹਾਂ ਜਿਹੜਾ ਸਪਾਊਜ਼ਲ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਹੈ ਉਹ ਤਕਰੀਬਨ 1 ਸਾਲ ਦਾ ਹੈਗਾ ਜੀ। ਸੋ ਹਲੇ 6-8 ਮਹੀਨੇ ਪਏ ਹੋਏ ਨੇ ਤੁਹਾਡੇ ਡਾਟਰ ਇਨ ਲਾਅ ਦੀ ਫਾਈਲ ਨੂੰ ਪ੍ਰੋਸੈਸ ਹੋਣ ਵਾਸਤੇ, ਤੇ ਤੁਹਾਨੂੰ ਪੇਸ਼ੈਂਟਲੀ ਵੇਟ ਕਰੋ ਜੀ। ਐਂਡ ਹੋਪਫੁਲੀ ਅੱਜ ਦੀ ਤਰੀਕ ਦੇ ਵਿੱਚ ਸਪਾਊਜ਼ਲ ਫਾਈਲਸ ਦੇ ਉੱਤੇ ਖਾਸ ਕਰ ਇੱਕ ਚੀਜ਼ ਹੈਗੀ ਹੈ ਕਿ ਕਾਫੀ ਸਾਰੀ ਫਾਈਲ ਜਲਦੀ ਮੂਵ ਹੋ ਰਹੀਆਂ, ਹੋਣੀਆਂ ਸ਼ੁਰੂ ਹੋ ਗਈਆਂ, ਬਿਕੋਜ਼ ਕਾਫੀ ਸਾਰੇ ਆਫਿਸਰਸ ਇਸ ਫਾਈਲਸ ਨੂੰ, ਐਕਸਟਰਾ ਆਫਿਸਰਸ ਇਸ ਟਾਈਮ ਇਹਨੂੰ ਲੁੱਕ ਆਫਟਰ ਕਰ ਰਹੇ ਨੇ ਇਸ ਡਿਪਾਰਟਮੈਂਟ ਨੂੰ, ਤੇ ਹੋਪਫੁਲੀ ਇਟ ਵਿਲ ਹੈਪਨ ਸੂਨ। ਐਂਡ ਬਟ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਉਹ ਵੈਸੇ 12 ਮਹੀਨਿਆਂ ਦਾ ਹੈਗਾ ਜੀ। ਨੈਕਸਟ ਸੀ ਟੋਰਾਂਟੋ ਤੋਂ ਕਾਲ ਆਈ ਸੀ ਬ੍ਰੈਂਪਟਨ ਤੋਂ, ਮੈਮ ਦੀ ਲੋਟਰੀ ਸਿਸਟਮ ਦੇ ਬਾਰੇ ਪੁੱਛ ਰਹੇ ਸੀ, ਪੇਰੈਂਟਸ ਐਪਲੀਕੇਸ਼ਨ ਦੇ ਬਾਰੇ। ਤਰਨ ਇਸ ਸਾਲ ਦੀਆਂ ਜਿਹੜੀਆਂ ਐਪਲੀਕੇਸ਼ਨ ਜਾਣੀਆਂ ਹੈਗੀਆਂ 2021 ਦੀਆਂ, ਉਹ ਐਕਸਪੈਕਟਡ ਹੈਗੀਆਂ ਕਿ ਨੈਕਸਟ ਮੰਥ ਅਪਡੇਟਸ ਆਉਣੀਆਂ ਚਾਹੀਦੀਆਂ। ਸੋ April ਦੇ ਵਿੱਚ ਪੇਰੈਂਟਲ ਐਪਲੀਕੇਸ਼ਨ ਦਾ ਕੋਈ ਅਪਡੇਟ ਆਉਣਗੀਆਂ ਜੀ, ਤੇ ਤਾਂ ਵੀ ਵਿਲ ਲੈਟ ਯੂ ਨੋ। And as of today, there is no update for 2021. April ਦੇ ਵਿੱਚ we are expecting ਕਿ ਫਾਈਲ ਦਿੱਤੀਆਂ ਜਾਣਗੀਆਂ, ਬਟ ਇਨਕਮ ਰਿਕੁਆਇਰਮੈਂਟਸ ਵਗੈਰਾ ਆਪਸ਼ਨ ਸੀ ਪ੍ਰਿੰਟ ਆਊਟ ਨੋਟਿਸ ਆਫ ਅਸੈਸਮੈਂਟ ਤੁਹਾਡੇ ਕੋਲ ਪਹਿਲੇ ਹੋਣੇ ਚਾਹੀਦੇ ਨੇ 3 ਸਾਲਾਂ ਦੇ ਬਿਫੋਰ ਯੂ ਸਬਮਿਟ ਦਾ ਫਾਈਲ ਜੀ। ਨੈਕਸਟ ਸੀ ਕਿ ਵਰਕ ਪਰਮਿਟ ਵਾਲੇ ਜਿਹੜੇ ਆ ਕੋਈ ਸਟੱਡੀ ਕਰ ਸਕਦੇ ਨੇ? ਓਕੇ ਤਰਨ, ਜਿਹੜੇ ਟੈਕਨੀਕਲੀ ਤੁਹਾਨੂੰ ਪਹਿਲੇ ਵਰਕ ਪਰਮਿਟ ਤੋਂ ਸਟੱਡੀ ਪਰਮਿਟ ਤੇ ਜਾਣਾ ਪਏਗਾ ਜੇ ਤੁਹਾਡਾ ਕੋਰਸ 6 ਮਹੀਨੇ ਤੋਂ ਜ਼ਿਆਦਾ ਹੈਗਾ ਆ। ਐਂਡ ਟੈਕਨੀਕਲੀ ਯੂ ਸ਼ੁਡ ਅਵੋਇਡ ਡੂਇੰਗ ਦਿਸ ਐਟ ਦਿਸ ਮੋਮੈਂਟ, ਬਟ ਤੁਹਾਡੇ ਸਰਕਮਸਟੈਂਸਿਸ ਮੈਨੂੰ ਨਹੀਂ ਪਤਾ। ਆਪਣੇ ਜੇ ਤੁਸੀਂ 1-on-1 ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ICC ਤੇ ਸਾਨੂੰ ਕਾਲ ਕਰ ਸਕਦੇ ਹੋ, ਬਟ ਐਜ਼ ਐਨ ਇੰਟਰਨੈਸ਼ਨਲ ਜਦੋਂ ਤੁਸੀਂ ਫੋਰਨ ਵਰਕਰ ਜਾਂ ਫੋਰਨ ਸਟੂਡੈਂਟ ਇੱਥੇ ਪੜ੍ਹਾਈ ਕਰਦੇ ਹੋ, ਤੁਸੀਂ 3.5 ਟਾਈਮਸ ਫੀਸ ਪੇ ਕਰਦੇ ਹੈਗੇ ਹੋ ਕਾਲਜ ਦੀ ਟਿਊਸ਼ਨ ਫੀਸ। ਸੋ ਜਦੋਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ ਤੇ ਉਹਨੂੰ 'ਚ ਕਾਫੀ ਫਰਕ ਪੈ ਜਾਂਦਾ ਹੈਗਾ। ਸੋ ਨਾਰਮਲ ਪ੍ਰੋਸੈਸ ਜਿਹੜੀ ਅੱਜ ਤੁਸੀਂ 20,000 ਪੇ ਕਰਦੇ ਹੋਗੇ 1 ਸਾਲ ਦੀ ਫੀਸ, ਟਿਊਸ਼ਨ ਫੀਸ, ਉਹ ਤਕਰੀਬਨ 5-6 ਹਜ਼ਾਰ ਦੀ ਆ ਜਾਏਗੀ। ਸੋ ਇੰਨਾ ਡਰਾਸਟਿਕ ਫਰਕ ਪਏਗਾ। ਸੋ ਗੈਟ ਯੂਰ ਪਰਮਾਨੈਂਟ ਰੈਜ਼ੀਡੈਂਸੀ ਫਸਟ, ਐਂਡ ਤਾਂ ਤੁਸੀਂ ਅੱਗੇ ਪੜ੍ਹੋ, ਉਹ ਤੁਹਾਡੇ ਵਾਸਤੇ ਬੈਟਰ ਰਿਕਮੈਂਡਡ ਹੈ। ਆਨਲਾਈਨ ਕੋਰਸਿਸ ਵਗੈਰਾ ਕਰੀ ਜਾਓ, ਦੈਟਸ ਫਾਈਨ, ਜਿਹੜੀ ਮਰਜ਼ੀ ਬਾਹਰ ਦੀ ਯੂਨੀਵਰਸਿਟੀ। ਜੀ ਬਿਲਕੁਲ ਸਰ, ਆਪਾਂ ਬਿਜ਼ਨਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਸੀ। ਸੋ ਜਿਵੇਂ ਕਈ ਵਾਰੀ ਹੈ ਕਿ ਆਪਾਂ ਖਾਸ ਤੌਰ ਤੇ ਜੇ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਮੋਸਟਲੀ ਟਰਾਂਸਪੋਰਟੇਸ਼ਨ ਜਾਂ ਫਿਰ ਫਾਰਮਿੰਗ ਦੇ ਉੱਤੇ ਜ਼ਿਆਦਾ ਫੋਕਸ ਰਹਿੰਦਾ ਆ। ਸੋ ਕੀ ਇਹਨਾਂ ਦਾ ਸਕੋਪ ਇੱਥੇ ਕੈਨੇਡਾ ਦੇ ਵਿੱਚ ਹੈਗਾ ਆ? ਜੇ ਕੋਈ ਟਰਾਂਸਪੋਰਟਰ ਜਾਂ ਕੋਈ ਜ਼ਿਮੀਂਦਾਰ ਜਿਹੜਾ ਹੈ ਇੱਥੇ ਆ ਕੇ ਲੈਂਡ ਬਾਈ ਕਰਦਾ ਜਾਂ ਆਪਣੀ ਟਰਾਂਸਪੋਰਟ ਖੋਲ੍ਹਣਾ ਚਾਹੁੰਦਾ? ਬਿਲਕੁਲ ਤਰਨ, ਓਕੇ, ਆਪਾਂ ਜ਼ਮੀਨਦਾਰੀ ਦੀ ਗੱਲ ਕਰ ਲਈਏ, ਅਸੀਂ ਟਰਾਂਸਪੋਰਟੇਸ਼ਨ ਟਰੱਕਿੰਗ ਦੀ ਗੱਲ ਕਰ ਲਈਏ, ਅਸੀਂ ਲੌਜਿਸਟਿਕਸ ਦੀ ਗੱਲ ਕਰ ਲਈਏ, ਅਸੀਂ ਗੈਸ ਸਟੇਸ਼ਨ ਪੈਟਰੋਲ ਪੰਪ ਦੀ ਗੱਲ ਕਰ ਲਈਏ, ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ ਐਂਡ ਤੁਹਾਡਾ ਇੱਥੇ ਬਿਜ਼ਨਸ ਵੀਜ਼ਾ ਪੋਸੀਬਲ ਹੈਗਾ ਆ ਸਾਰੀ ਚੀਜ਼ਾਂ ਦੇ ਬੇਸ ਦੇ ਉੱਤੇ। ਜਿਹੜਾ ਜ਼ਮੀਂਦਾਰ ਹੈਗਾ, ਕਿਉਂਕਿ ਅਸੀਂ ਕਾਫੀ ਸਾਰੇ ਕੇਸ ਇਹੋ ਜਿਹੇ ਕੀਤੇ ਨੇ ਜਿੱਥੇ ਇੱਥੇ ਆ ਕੇ ਸਾਡੇ ਫਰੈਂਡਸ ਨੇ ਆ ਕੇ ਇੱਥੇ ਆਪਣੀ ਫਾਰਮਿੰਗ ਸ਼ੁਰੂ ਕੀਤੀ, ਆਰਗੈਨਿਕ ਫਾਰਮਿੰਗ। ਸੋ ਆਰਗੈਨਿਕ ਫਾਰਮਿੰਗ ਦੇ ਵਿੱਚ ਨਾਲ ਉਹਨਾਂ ਨੇ ਮਸ਼ਰੂਮ ਕਲਟੀਵੇਸ਼ਨ ਦੇ ਵਿੱਚ ਚਲੇ ਗਏ, ਐਂਡ ਉਹ ਵੀ ਆਰਗੈਨਿਕ ਦੇ ਵਿੱਚ, ਐਂਡ ਦੇ ਆਰ ਵੈਰੀ ਹੈਪੀ ਹੇਅਰ ਬਿਕੋਜ਼ ਇੱਥੇ ਜਿਹੜੀ ਆਊਟਪੁੱਟ ਹੈਗੀ ਹੈ ਮਿਹਨਤ ਦੇ ਨਾਲ ਉਹ ਕਾਫੀ ਵਧੀਆ ਹੈਗੀ ਹੈ ਜੀ। ਸੋ ਬਿਲਕੁਲ ਜੀ, ਜੇ ਤੁਸੀਂ ਖੇਤੀ ਦੇ ਟੀਚੇ ਤੇ ਖੇਤੀ ਦੇ ਕਰਦੇ ਆਏ ਹੋ, ਬੈਕ ਹੋਮ ਖੇਤੀ ਕਰਦੇ ਪਏ ਹੋ, ਜ਼ਮੀਂਦਾਰੀ ਕਰਦੇ ਪਏ ਹੋ, ਤੇ ਤੁਹਾਡੇ ਕੋਲ ਇੱਥੇ ਕਾਫੀ ਸਾਰੀ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ। ਜੇ ਤੁਸੀਂ ਈਵਨ ਬਿਕੋਜ਼ ਜਦੋਂ ਵੀ ਤੁਸੀਂ ਵਰਕ ਪਰਮਿਟ ਲੈ ਕੇ LMIA ਲੈ ਕੇ ਕਰਦੇ ਹੋ ਤੇ ਤੁਸੀਂ ਕਿਸੇ ਵਾਸਤੇ ਕੰਮ ਕਰ ਰਹੇ ਹੋ, ਉਹ ਤੁਹਾਡਾ ਫਾਰਮ ਵਰਕਰ, ਫਾਰਮ ਲੇਬਰ ਦਾ ਵੀਜ਼ਾ ਹੋ ਸਕਦਾ, ਫਾਰਮ ਸੁਪਰਵਾਈਜ਼ਰ ਦਾ, ਫਾਰਮ ਮੈਨੇਜਰ ਦਾ ਵੀਜ਼ਾ ਹੋ ਸਕਦਾ। ਬਟ ਜੇ ਤੁਸੀਂ ਆਪ ਆਪਣੇ ਅਗਾਂਹਵਧੂ ਕਿਸਾਨ ਹੈਗੇ ਹੋ, ਤੁਸੀਂ ਆਪ ਇਨੀਸ਼ੀਏਟਿਵ ਲੈ ਕੇ ਕਰਨਾ ਚਾਹੁੰਦੇ ਹੋ, ਤੇ ਐਬਸੋਲੂਟਲੀ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਵਰਕ ਕਰ ਸਕਦਾ ਹੈਗਾ। ਇੱਥੇ ਬਹੁਤ ਸਾਰੇ ਸਾਡੇ ਇਹੋ ਜਿਹੇ ਵੀ ਸਾਡੇ ਕਲਾਇੰਟਸ ਆਏ ਨੇ ਜਿਨ੍ਹਾਂ ਨੇ ਆ ਕੇ ਇੱਥੇ ਐਪਲ ਆਰਚਰਡਸ ਖਰੀਦੇ ਹੈਗੇ ਨੇ, ਐਂਡ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਵੀ ਹੋ ਗਈਆਂ PNPs ਦੇ ਥਰੂ। ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਦੀਆਂ ਮੈਂ ਗੱਲ ਕਰ ਰਿਹਾ। ਐਂਡ ਜਿਹੜੇ ਆਰਗੈਨਿਕ ਫਾਰਮਿੰਗ ਵਾਸਤੇ ਆਏ ਸੀਗੇ ਉਹ ਓਨਟਾਰੀਓ ਦੇ ਵਿੱਚ ਹੈਗੇ, ਹਾਲੇ ਉਹਨਾਂ ਨੂੰ ਸਾਲ ਤੋਂ ਘੱਟ ਹੋਇਆ, ਐਂਡ ਉਹਨਾਂ ਦੀ ਫਾਈਲ ਹਾਲੇ ਪਰਮਾਨੈਂਟ ਰੈਜ਼ੀਡੈਂਸੀ ਦੀ ਲੱਗਣੀ ਹੈਗੀ ਹੈ। ਸੋ ਇਸੇ ਤਰ੍ਹਾਂ ਅਸੀਂ ਟਰੱਕਿੰਗ ਵਾਲੇ ਜਿਹੜੇ ਸਾਡੇ ਦੋਸਤ ਹੈਗੇ ਨੇ, ਮਿੱਤਰ ਹੈਗੇ ਨੇ, ਜੇ ਤੁਸੀਂ ਟਰੱਕਿੰਗ ਵੱਡੇ ਪੱਧਰ ਤੇ ਕਰਦੇ ਹੈਗੇ ਹੋ ਤੇ ਤੁਸੀਂ ਇੱਥੇ ਆ ਕੇ ਵੀ ਲੌਜਿਸਟਿਕਸ ਦੇ ਵਿੱਚ ਜਾਣਾ ਚਾਹੁੰਦੇ ਹੋ, ਤੇ ਤੁਹਾਡੇ ਵਾਸਤੇ ਓਨਰ ਆਪਰੇਟਰ, ਇੰਟਰਾ ਕੰਪਨੀ ਟਰਾਂਸਫਰ, ਕਾਫੀ ਸਾਰੀ ਕੈਟੇਗਰੀਜ਼ ਤੁਹਾਡੇ ਵਾਸਤੇ ਵੀ ਐਗਜ਼ਿਸਟ ਕਰਦੀਆਂ। ਇਸੇ ਤਰ੍ਹਾਂ ਗੈਸ ਸਟੇਸ਼ਨ ਵਾਲੇ ਜਿਹੜੇ ਸਾਡੇ ਦੋਸਤ ਹੈਗੇ, ਜਿਹੜੇ ਇੰਪੋਰਟ ਐਕਸਪੋਰਟ ਕਰ ਰਹੇ ਨੇ, ਆ ਸਾਰੀਆਂ ਓਪਰਚੁਨਿਟੀਜ਼ ਬਿਜ਼ਨਸਮੈਨ ਵਾਸਤੇ ਤਰਨਜੀ ਬੇਇੰਤਿਹਾਸ਼ਾ ਆਪਸ਼ਨਸ ਹੈਗੀਆਂ, ਐਗਜ਼ਿਸਟ ਕਰਦੀਆਂ। ਫੈਮਿਲੀ ਦੀ ਗੱਲ ਕਰੀਏ, ਫੈਮਿਲੀ ਨੂੰ ਫਿਰ ਉਦੋਂ ਤੁਸੀਂ ਨਾਲ ਬੁਲਾ ਸਕਦੇ ਹੋ ਜਦੋਂ ਤੁਹਾਨੂੰ ਵਰਕ ਪਰਮਿਟ ਇਸ਼ੂ ਹੁੰਦਾ ਹੈ, ਜਾਂ ਫਿਰ ਜਿਸ ਟਾਈਮ ਤੁਸੀਂ PR ਦੀ ਫਾਈਲ ਲਗਾਉਂਦੇ ਹੋ? ਨਹੀਂ ਜੀ, ਜਦੋਂ ਵਰਕ ਪਰਮਿਟ ਇਸ਼ੂ ਹੁੰਦਾ ਤਾਂ ਵੀ ਤੁਹਾਡੀ ਫੈਮਿਲੀ ਦਾ ਵੀ ਡਿਪੈਂਡੈਂਟ ਵੀਜ਼ਾ ਨਾਲ ਹੀ ਪ੍ਰੋਸੈਸ ਹੋ ਸਕਦਾ ਹੈਗਾ ਇਹਨਾਂ ਵੀ ਕੇਸਿਸ ਦੇ ਵਿੱਚ। ਜੀ ਬਿਲਕੁਲ। ਤੇ ਸਰ ਜਿਹੜੇ ਇੱਥੇ ਸਟੂਡੈਂਟਸ ਨੇ ਤੇ ਇੱਥੇ ਕੰਮ ਕਰਨ ਦੀ ਬਜਾਏ ਉਹ ਆਪਣਾ ਖੁਦ ਦਾ ਕੁਛ ਨਾ ਕੁਛ, ਜਿਵੇਂ 2 ਫਰੈਂਡਸ ਮਿਲ ਕੇ ਆਪਣਾ ਕੋਈ ਬਿਜ਼ਨਸ ਰਨ ਕਰਨਾ ਚਾਹੁੰਦੇ ਨੇ, ਕਿ ਉਹਨਾਂ ਲਈ ਵੀ ਓਪਰਚੁਨਿਟੀਜ਼ ਹੈਗੀਆਂ ਨੇ? 100% ਐਗਜ਼ਿਸਟ ਕਰਦੀਆਂ ਜੀ। ਐਂਡ ਉਸੇ ਤਰ੍ਹਾਂ
ਜਿਹੜੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਹੋ ਤੁਸੀਂ ਉਹਦੇ ਥਰੂ ਹੀ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਜਾ ਕੇ ਤੁਸੀਂ ਆਪਣੇ ਬਾਅਦ ਚੋਂ LMI ਵੀ ਲੈ ਸਕਦੇ ਹੈਗੇ ਹੋ। ਤੇ ਬਿਲਕੁਲ ਜੀ ਇਟ ਇਜ਼ ਅ ਪੋਸੀਬਿਲਿਟੀ, ਕਿਉਂਕਿ ਜਦੋਂ ਵੀ ਤੁਸੀਂ ਕੋਈ ਪਿਜ਼ਾ ਸਟੋਰ ਬਾਏ ਕਰ ਲਿਆ, ਕੋਈ ਰੈਸਟੋਰੈਂਟ ਬਾਏ ਕਰ ਲਿਆ, ਉੱਥੇ ਤੁਸੀਂ ਕੰਮ ਵੀ ਕਰ ਰਹੇ ਹੋ, ਮੈਨੇਜ ਵੀ ਕਰ ਰਹੇ ਹੋ, ਤੇ ਬਿਜ਼ਨਸ ਮੈਨੇਜਰ ਵੀ ਹੈਗੇ ਹੋ, ਰੈਸਟੋਰੈਂਟ ਮੈਨੇਜਰਸ ਵੀ ਹੈਗੇ, ਤਾਂ ਉਹਦੇ ਬੇਸ ਤੇ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਵੀ ਅਪਲਾਈ ਕਰ ਸਕਦੇ ਹੋ। ਐਂਡ ਈਵਨ ਅਸੀਂ ਸੈਸਕੈਚੁਅਨ ਦੀ ਗੱਲ ਕਰੀਏ ਤਰਨਜੀਤ, ਤੇ ਸੈਸਕੈਚੁਅਨ ਨੇ ਤੇ ਇਹੋ ਜਿਹੇ ਪ੍ਰੋਗਰਾਮ PNP ਦੇ ਵਿੱਚੋਂ ਲੀਕ ਦਿੱਤੇ ਹੈਗੇ ਨੇ ਕਿ ਤੁਸੀਂ ਉਹਨਾਂ ਪ੍ਰੋਗਰਾਮ ਦੇ ਥਰੂ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਜੀ ਹੈਗੇ। ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ, ਅਸੀਂ ਇੰਗਲੈਂਡ ਤੋਂ ਬੋਲਦੇ ਹਾਂ ਜੀ। ਹਾਂਜੀ ਸਰ, ਦੱਸੋ ਕੀ ਸਵਾਲ ਹੈ? ਹਾਂਜੀ ਮੈਡਮ ਜੀ, ਸਾਡਾ ਸਵਾਲ ਹੈ ਵੀ ਮੇਰੀ ਵਾਈਫ ਇੰਡੀਆ ਤੇ ਟੀਚਰ ਰਹੀ ਹੈ, ਤੇ ਉਹਨਾਂ ਨੂੰ ਕਿਹੜੀ ਜੌਬ ਕਰਨੀ ਪਊਗੀ ਆਪਾਂ ਨੂੰ ਕੈਨੇਡਾ ਵਿੱਚ ਆ ਕੇ, ਕਿਹੜੀ ਜੌਬ ਲੱਭਣੀ ਪਊਗੀ, ਤੇ ਜਿਹੜੀ ਇਹ ਫਾਸਟ PLA ਪ੍ਰੋਸੈਸ ਆ। ਜੀ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਇਹ ਕਿੱਥੋਂ ਬੋਲ ਰਹੇ ਸੀਗੇ ਤਰਨ, ਇਹਨਾਂ ਨੇ ਕੀ ਕਿਹਾ? ਸਰ ਆਈ ਥਿੰਕ ਇਹ ਇੰਡੀਆ ਤੋਂ ਬੋਲ ਰਹੇ ਸੀ। ਇਹਨਾਂ ਨੇ ਪੁੱਛਿਆ ਸੀ ਕਿ ਇਹਨਾਂ ਦੀ ਵਾਈਫ ਇੰਡੀਆ ਦੇ ਵਿੱਚ ਟੀਚਰ ਹੈ ਤੇ ਕੈਨੇਡਾ ਵਿੱਚ ਕਿਹੜੀ ਜੌਬ ਕਰ ਸਕਦੇ ਨੇ। ਤੁਸੀਂ PR ਜੇ ਅਪਲਾਈ ਕਰਨੀ ਹੈਗੀ ਹੈ ਟੀਚਰ ਦੇ ਬੇਸ ਦੇ ਉੱਤੇ, ਤੇ ਤੁਹਾਡੀ ਏਜ 29 ਤੋਂ ਘੱਟ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਐਪਲੀਕੇਸ਼ਨ ਪਿਕ ਹੋਏਗੀ। ਐਂਡ ਆਈਲੈਟ ਦੇ ਵਿੱਚ ਵੀ ਅੱਛਾ ਸਕੋਰ ਚਾਹੀਦਾ ਹੈਗਾ। ਜੇ ਅਸੀਂ PNP ਪ੍ਰੋਗਰਾਮਸ ਦੇ ਵਿੱਚ ਗੱਲ ਕਰੀਏ ਜਾਂ ਜੌਬ ਆਫਰ ਦੇ ਨਾਲ ਗੱਲ ਕਰੀਏ ਤਾਂ ਆਪਸ਼ਨ ਹੋਰ ਖੁੱਲ ਸਕਦੀਆਂ, ਬਟ ਉਹਦੇ ਵਾਸਤੇ ਤੁਹਾਡੇ ਕੋਲ ਸਪੈਸੀਫਿਕ ਇਹੋ ਜਿਹਾ ਸਬਜੈਕਟ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਨੂੰ ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਇੰਸਟੀਟਿਊਟ ਤੁਹਾਨੂੰ ਜੌਬ ਆਫਰ ਦੇ ਰਿਹਾ, LMI ਜਾਂ PNP, ਤੇ ਉਹ ਕੈਟੇਗਰੀਜ਼ ਵੀ ਤੁਹਾਡੇ ਵਾਸਤੇ ਉਹ ਕੈਟੇਗਰੀ ਵੀ ਐਗਜ਼ਿਸਟ ਤਾਂ ਕਰ ਸਕਦੀ। ਸਰ ਇਹਨਾਂ ਦਾ ਸਵਾਲ ਵੀ ਉਹੀ ਸੀ ਕਿ ਇਹਨਾਂ ਦੀ ਵਾਈਫ ਇੰਡੀਆ ਵਿੱਚ ਟੀਚਰ ਦੀ ਜੌਬ ਕਰਦੇ ਨੇ ਤੇ ਕੈਨੇਡਾ ਵਿੱਚ ਆ ਕੇ ਕਿਹੜੀ ਜੌਬ ਕਰਨੀ ਪਏਗੀ ਕਿ ਉਹਨਾਂ ਦੀ PR ਦੀ ਆਪਸ਼ਨਸ ਓਪਨ ਹੋ ਸਕਣ। ਜੇ ਆ ਕੇ ਕਰਨਾ ਹੈਗਾ ਤੇ ਵਰਕ ਪਰਮਿਟ ਤੇ ਤਾਂ ਹੀ ਮਿਲਣਾ ਜੇ ਪਿਛਲਾ ਐਕਸਪੀਰੀਅੰਸ ਸੇਮ ਹੋਏਗਾ, ਜੀ ਤੇ LMI ਵੀ ਤਾਂ ਹੀ ਮਿਲਣਾ ਹੈਗਾ, ਉਹਦਾ ਫਾਇਦਾ ਲੈਣਾ ਪਏਗਾ। ਬਟ ਇਹ ਸਟ੍ਰੇਟ ਆ ਕੇ ਇੱਥੇ PR ਕਿਉਂ ਨਹੀਂ ਆਉਂਦੇ? ਜੇ 29 ਤੋਂ ਘੱਟ ਹੈਗੇ ਨੇ, ਆਈਲੈਟਸ ਅੱਛਾ ਬੈਂਡ ਹੈਗਾ, ਮਾਸਟਰਸ ਹੈਗੀ ਹੈ, ਤੇ ਇਹਨਾਂ ਦਾ ਸਕੋਰ 475 ਪਲੱਸ ਹੋ ਸਕਦਾ, ਜਿਹਦੇ ਚਾਂਸਸ ਪਿਕ ਹੋਣ ਦੇ ਕਾਫੀ ਅੱਛੇ ਹੈਗੇ ਨੇ ਇਸ ਸਾਲ। ਜੀ ਬਿਲਕੁਲ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਸਾਡਾ ਤੋਂ ਬੋਲ ਰਹੀ ਹਾਂ, ਗੁਰਪ੍ਰੀਤ ਕੌਰ ਜੀ ਮੈਮ, ਦੱਸੋ ਜੀ ਕੀ ਸਵਾਲ ਹੈ? ਜੀ। ਮੇਰਾ ਕੁਐਸਚਨ ਹੈਗਾ, ਤੇ ਅਸੀਂ ਆਪਣੀ ਇੱਕ ਬੇਟੀ ਨੂੰ ਅਪਲਾਈ ਕੀਤਾ ਹੋਇਆ ਹੈਗਾ ਅਕਤੂਬਰ ਮੰਥ ਦਾ ਐਜ਼ ਏ ਕੇਅਰ ਗਿਵਰ ਜੀ, ਤੇ ਲੇਕਿਨ ਆਪਣੇ ਮਨੂ ਦੱਤਾ ਦੇ ਆਫਿਸ ਦੇ ਥਰੂ ਹੀ ਕੀਤਾ ਹੈਗਾ। ਵੈਸੇ ਤਾਂ ਸਾਨੂੰ ਹਾਲੇ ਤੱਕ ਕੁਝ ਨਹੀਂ ਪਤਾ ਲੱਗਿਆ ਕਿ ਵੀ ਕੀ ਹੋ ਰਿਹਾ, ਕਿੱਥੇ ਕੰਮ ਖੜਾ ਹੈਗਾ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਰਹੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਜੀ। ਸ਼ੁਕਰੀਆ ਜੀ। ਜਿਹੜਾ ਨੈਨੀ ਦਾ ਕੇਸ ਹੈਗਾ, ਉਹਨੂੰ ਅੱਜ ਦੀ ਤਰੀਕ ਦੇ ਵਿੱਚ 12 ਤੋਂ 14 ਮਹੀਨੇ ਲੱਗ ਰਹੇ ਨੇ ਫਸਟ ਸਟੇਜ ਐਪਲੀਕੇਸ਼ਨ ਪ੍ਰੋਸੈਸ ਹੁੰਦਿਆਂ। ਸੋ ਇਹਦੇ ਵਿੱਚ ਡਿਲੇਡ ਚੱਲ ਰਿਹਾ ਜੀ, ਐਵਰੀਥਿੰਗ ਇਜ਼ ਡਿਲੇਡ ਐਟ ਦਿਸ ਮੋਮੈਂਟ। ਐਂਡ ਤੁਹਾਨੂੰ ਜ਼ਰੂਰ ਸਾਡੇ ਆਫਿਸ 'ਚੋਂ ਜੇ ਅਪਲਾਈ ਕੀਤਾ ਤਾਂ ਤੁਹਾਡੇ ਕੋਲ ਈਮੇਲ ਆਈ ਹੋਏਗੀ ਕਿ ਸਾਰੀ ਅਪਡੇਟਸ ਆਈਆਂ ਹੋਣਗੀਆਂ। ਐਂਡ ਬਟ ਜਿਹੜਾ ਤੁਹਾਡਾ ਕੇਸ ਪ੍ਰੋਸੈਸ ਹੈਗਾ ਉਹਨੂੰ ਫੋਨ ਕਰਕੇ, ਉਹਨੂੰ ਈਮੇਲ ਕਰਕੇ ਤੁਸੀਂ ਹੋਰ ਅਪਡੇਟਸ ਉਹ ਤੋਂ ਲੈ ਸਕਦੇ ਹੋ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਲੇਬਰ ਦੀ ਵਰਕ ਪਰਮਿਟ ਲੇਬਰ ਦਾ ਹੁੰਦਾ ਜੀ, ਉਹਦੇ ਤੇ ਬੰਦਾ ਆਪਣੇ ਮਤਲਬ ਲੜਕਾ ਆਪਦੇ ਘਰ ਵਾਲੀ ਨੂੰ ਇਕੱਲੀ ਨੂੰ ਬੁਲਾ ਸਕਦਾ ਜੀ ਇੰਡੀਆ ਤੋਂ? ਜੀ ਸਰ, ਆਪਾਂ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਤੇ ਮੇਰਾ ਸਵਾਲ ਹੈ, ਐਕਚੁਅਲੀ ਮੇਰੇ ਸਿਸਟਰ ਦਾ ਵੀਜ਼ਾ ਲਾਇਆ ਸੀ ਪਿਛਲੇ ਸਾਲ ਵਿਜ਼ਿਟਰ, ਰਾਈਟ ਜੀ। ਤੇ ਉਹਨਾਂ ਦਾ 1 ਸਾਲ ਦਾ ਉਹਨਾਂ ਨੂੰ ਮਿਲ ਗਿਆ ਸੀਗਾ, ਲਾਈਕ 1 ਜਨਵਰੀ ਤੋਂ 31 ਦਸੰਬਰ ਤੱਕ ਉਹਨਾਂ ਦੀ ਸੀਗੀ ਲਾਈਕ ਵੈਲਿਡਿਟੀ ਜੀ। ਸੋ ਕੋਵਿਡ ਕਰਕੇ ਉਹ ਟਰੈਵਲ ਨਹੀਂ ਕਰ ਪਾਏ। ਸੋ ਹੁਣ ਲਾਈਕ ਹੁਣ ਦੁਬਾਰਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਕੋਈ ਵੇ ਆਊਟ ਹੈਗਾ ਹੈ ਕਿ ਰੀਕਨਸੀਡਰੇਸ਼ਨ ਵਾਸਤੇ ਲਗਾ ਸਕਦੇ ਆ? ਜੀ ਆਪਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਸਰ ਪਹਿਲਾਂ ਕਾਲ ਆਈ ਸੀ ਜਿਨ੍ਹਾਂ ਦਾ ਪੁੱਛਣਾ ਸੀ ਕਿ ਲੇਬਰ, ਉਹਨਾਂ ਦਾ ਬੇਟਾ ਇੱਥੇ ਜੌਬ ਕਰ ਰਿਹਾ ਵਾ ਤੇ ਵਰਕ ਪਰਮਿਟ ਤੇ ਹੈ, ਆਪਣੀ ਵਾਈਫ ਨੂੰ ਬੁਲਾ ਸਕਦੇ ਆ। ਓਕੇ, ਜਿਹੜੀ ਵੀ ਕੈਨੇਡਾ ਦੇ ਵਿੱਚ ਜੌਬਸ ਹੈਗੀਆਂ ਨੇ ਜੀ, ਉਹ ਨੌਕ ਦੇ ਵਿੱਚ ਕੈਟੇਗਰਾਈਜ਼ਡ ਹੈਗੀਆਂ। ਨੌਕ ਉਹ ਹੈਗੀਆਂ ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ, ਜਨਰਲ ਮੈਨੇਜਰ ਦੇ ਨੌਕਸ ਹੈਗੇ ਨੇ। ਨੌਕ ਇਹ ਆ ਗਿਆ ਜਿਹੜਾ ਮੈਨੇਜਰ ਦੇ ਨੌਕਸ ਹੈਗੇ। ਨੌਕ ਵੀ ਆ ਗਿਆ ਸੁਪਰਵਾਈਜ਼ਰ ਐਂਡ ਟੈਕਨੀਕਲ ਨੌਕਸ। ਤੇ ਜਿਹੜਾ C&D ਹੈਗੇ ਉਹ ਲੇਬਰ ਐਂਡ ਹੈਲਪਰ ਨੌਕਸ ਹੈਗੇ ਨੇ ਜੀ। ਜਦੋਂ ਤੁਸੀਂ C&D ਕੈਟੇਗਰੀ ਦੇ ਵਿੱਚ LMIA ਦੇ ਉੱਤੇ ਕੈਨੇਡਾ ਆਉਂਦੇ ਹੋ ਤੇ ਤੁਸੀਂ ਡਿਪੈਂਡੈਂਟ ਵੀਜ਼ਾ ਦੇ ਉੱਤੇ ਆਪਣੇ ਸਪਾਊਸ ਨੂੰ, ਬੱਚਿਆਂ ਨੂੰ ਨਹੀਂ ਬੁਲਾ ਸਕਦੇ। ਉਹਨਾਂ ਨੂੰ ਡਿਪੈਂਡੈਂਟ ਵੀਜ਼ਾ ਨਹੀਂ ਗ੍ਰਾਂਟ ਕੀਤਾ ਜਾਂਦਾ। ਹਾਂ, ਵਿਜ਼ਟਰ ਤੇ ਆ ਸਕਦੇ ਨੇ, ਵਿਜ਼ਟਰ ਤੇ ਰਹਿ ਸਕਦੇ ਨੇ, ਬਟ ਟੈਕਨੀਕਲੀ ਉਹ ਕੁਆਲੀਫਾਈ ਨਹੀਂ ਕਰਦੇ ਡਿਪੈਂਡੈਂਟ ਵੀਜ਼ਾਸ ਵਾਸਤੇ। ਜੀ ਬਿਲਕੁਲ। ਨੈਕਸਟ ਸੀ ਜਿਨ੍ਹਾਂ ਨੇ ਬ੍ਰੈਂਪਟਨ ਤੋਂ ਕਾਲ ਕੀਤੀ ਸੀ, ਆਪਣੀ ਸਿਸਟਰ ਦੇ ਵਿਜ਼ਟਰ ਵੀਜ਼ਾ ਬਾਰੇ ਜਾਣਨਾ ਚਾਹੁੰਦੇ ਸੀ। ਇਹ ਕਹਿ ਰਹੇ ਸੀਗੇ ਕਿ 1 ਜਨਵਰੀ ਤੋਂ 31 ਦਸੰਬਰ ਤੱਕ ਦਾ ਵੀਜ਼ਾ ਮਿਲਿਆ ਸੀ ਜੀ। ਓਕੇ,
ਜੇ ਵੀਜ਼ਾ ਐਕਸਪਾਇਰ ਹੋ ਗਿਆ ਜੀ ਤੇ ਸ਼ੀ ਵਿਲ ਹੈਵ ਟੂ ਰੀਅਪਲਾਈ ਫॉर ਵੀਜ਼ਾ ਐਂਡ ਦੁਬਾਰਾ ਹੀ ਐਪਲੀਕੇਸ਼ਨ ਹੋਪਫੁਲੀ ਸ਼ੀ ਗੈਟਸ ਅਗੇਨ ਅ ਮਲਟੀਪਲ ਦਿਸ ਟਾਈਮ ਫॉर 5 ਇਅਰਸ ਔਰ 10 ਇਅਰ। ਸਰ ਆਪਾਂ ਗੱਲਬਾਤ ਕਰੀਏ ਇਸ ਵਕਤ ਇੱਕ ਮੈਂ ਸਰਵੇ ਵੇਖ ਰਹੀ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਹੁਤ ਸਾਰੇ ਇਸ ਵਕਤ ਇਮੀਗ੍ਰੈਂਟਸ ਜਿਹੜੇ ਨੇ ਆਪਣੀਆਂ ਜੌਬਸ ਲੌਸ ਦੇ ਕਰਕੇ ਵਾਪਸ ਆਪਣੀਆਂ ਹੋਮ ਕੰਟਰੀਜ਼ ਦਾ ਰੁਖ ਕਰ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਥੇ ਇਸ ਵਕਤ ਕਿਸ ਤਰੀਕੇ ਦਾ ਸਕੋਪ ਹੈ? ਤਰਨ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਬੇਸਿਕਲੀ ਹੋਇਆ ਕੀ ਹੈਗਾ ਕਿ ਜਿਹੜੇ ਨਿਊ ਇਮੀਗ੍ਰੈਂਟਸ ਲੈਂਡ ਕੀਤੇ ਸੀਗੇ ਕਹਿੰਦੇ ਸਿਰ ਮੁੰਡਾਂ ਤੇ ਹੀ ਓਲੇ ਪੜੇ, ਤੋ ਉਹ ਲੈਂਡ ਕੀਤੇ ਤੇ ਨਾਲ ਹੀ ਕੋਵਿਡ ਦੇ ਕਾਰਨ ਲੋਕਡਾਊਨ ਸਾਰੀ ਕੰਡੀਸ਼ਨਸ ਇਹੋ ਜਿਹੀਆਂ ਆ ਗਈਆਂ ਕਿ ਦੇ ਵਰ ਅਨੇਬਲ, ਨਾ ਉਹਨਾਂ ਦੀ ਫੈਮਿਲੀ ਸਪੋਰਟ ਸੀਗੀ ਨਾ ਫਰੈਂਡਸ ਦੀ ਸਪੋਰਟ ਸੀਗੀ, ਜੌਬ ਮਿਲੀ ਨਹੀਂ ਜਾਂ ਲਾਸ ਹੋ ਗਿਆ ਤੇ ਉਹ ਇਟ ਵਾਸ ਹਾਰਡ ਫॉर them ਟੂ ਸਰਵਾਈਵ ਇਨ ਕੈਨੇਡਾ। ਇੱਥੇ ਖਰਚੇ ਤਾਂ ਡਾਲਰ ਦੇ ਵਿੱਚ ਹੀ ਹੋਣੇ ਆ, ਜਿਹੜੇ ਗਵਰਨਮੈਂਟ ਦੇ ਬੈਨੀਫਿਟਸ ਵੀ ਸੀਗੇ ਉਹ ਉਹਨਾਂ ਵਾਸਤੇ ਸੀਗੇ ਜਿਹੜੇ 1 ਸਾਲ ਪਹਿਲਾਂ ਜਾਂ ਜਿਨ੍ਹਾਂ ਨੇ ਘੱਟੋ ਘੱਟ $5,000 2019 ਦੇ ਵਿੱਚ ਅਰਨ ਕੀਤੇ ਹੋਏ ਸੀਗੇ। ਸੋ ਜਿਹੜੇ 2020 ਦੇ ਵਿੱਚ ਲੈਂਡ ਕੀਤੇ ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਦਾ ਟਾਈਮ ਵਾਸ ਸੱਚ ਕਿ ਉਸ ਇਹੋ ਜਿਹੇ ਸਰਕਮਸਟੈਂਸਸ ਜਾ ਕੇ ਫਸ ਗਏ ਜਿਹਦੇ ਵਿੱਚ ਉਹ ਟੋਟਲੀ ਆਪਣੇ ਆਪ ਨੂੰ ਨਿਕਾਲ ਨਹੀਂ ਪਾਏ, ਹਾਂਜੀ ਕੱਢ ਨਹੀਂ ਪਾਏ। ਸੋ ਉਹਨਾਂ ਵਾਸਤੇ ਯੈਸ ਦੇਰ ਆਰ ਪੀਪਲ ਹੂ ਹੈਵ ਟਰੈਵਲਡ ਬੈਕ, ਬਟ ਅਗੇਨ ਮੈਂ ਕਹੂੰਗਾ ਜੀ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼। ਇੰਡੀਆ ਜਾਂ ਬੈਕ ਹੋਮ ਜਾਣ ਵਾਸਤੇ ਤੁਹਾਨੂੰ ਤਾਂ ਬੈਨੀਫਿਟ ਮਿਲਦਾ ਹੈਗਾ ਬਿਕੋਜ਼ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਸਪੋਰਟ ਸਿਸਟਮ ਬੜਾ ਸਟਰੋਂਗ ਹੈਗਾ, ਸਾਡੀ ਐਕਸਟੈਂਡਿਡ ਫੈਮਿਲੀਜ਼ ਹੈਗੀਆਂ, ਭੈਣ ਭਾਈ ਹੈਗੇ ਨੇ, ਤੁਸੀਂ ਕਿਸੇ ਵੀ ਚੀਜ਼ ਤੋਂ ਕੁਝ ਵੀ ਕਰਾ ਲੈਂਦੇ ਹੋ। ਬਟ ਜਦੋਂ ਇਹਦੇ ਬਾਰੇ ਗੱਲ ਕਰਦੇ ਹਾਂ ਜੀ, ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ, ਅਸੀਂ ਮੈਨੀਟੋਬਾ ਤੋਂ ਬੋਲ ਰਹੇ ਜੀ, ਆਪਣੇ ਦਿੱਲੀ ਤੋਂ। ਦੱਸੋ ਜੀ ਕੀ ਸਵਾਲ ਹੈ? ਆਪਣੇ ਕਹਿੰਦਾ ਮੇਰੀ ਨੋਹ ਵਾਲਾ ਹੈ ਆਪਣੇ ਨੈਣੀ ਬੇਸ ਤੇ ਜੀ, ਤੇ ਨੈਣੀ ਬੇਸ ਤੇ ਲਾਇਆ ਚਾਈਲਡ ਵਾਲਾ ਵਾ ਚਾਈਲਡ ਦੇ ਜੀ ਬਿਲਕੁਲ ਸਮਝ ਗਿਆ ਜੀ। ਤੁਹਾਡਾ ਸਵਾਲ ਅੱਗੇ ਕੀ ਹੈ, ਦੱਸੋ ਜੀ। ਅੱਗੇ ਜੀ ਉਹ ਵੀ ਆਪਣੇ 2000 ਮਾਰਚ 2020 ਦੇ ਹੋਏ ਆ ਬਾਇਓਮੈਟ੍ਰਿਕ, ਉਸ ਤੋਂ ਬਾਅਦ ਕੋਈ ਪ੍ਰੋਗਰੈਸ ਨਹੀਂ ਜੀ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਰਹੇ ਹਾਂ ਜੀ, ਤੁਸੀਂ ਉੱਥੇ ਸੁਣ ਸਕਦੇ ਹੋ। ਸ਼ੁਕਰੀਆ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਤਰਨ ਜੀ ਸ਼ੁਕ ਬੋਲਦਾ ਬਰੈਂਪਟਨ ਤੋਂ। ਤਰਨ ਜੀ ਮੇਰਾ ਸਵਾਲ ਇਹ ਹੈ ਕਿ ਸਿਸਟਰ ਦਾ ਬੇਟਾ ਇੱਥੇ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਆਇਆ ਸੀਗਾ, ਉਹਦੇ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਆ ਤੇ ਉਹ ਆਪਣੇ ਮੰਮੀ ਪਾਪਾ ਨੂੰ ਐਜ਼ ਅ ਵਿਜ਼ਟਰ ਦੇ ਤੌਰ ਤੇ ਸੱਦ ਸਕਦਾ। ਇਹ ਉਹਦਾ ਆਉਣਾ ਨਾ ਆਉਣਾ ਤਾਂ ਉਹਨਾਂ ਦੀ ਵੱਖਰੀ ਗੱਲ ਹੈਗੀ ਆ, ਪਰ ਉਹ ਵੀਜ਼ੇ ਓਪਨ ਹੈਗੇ, ਉਹ ਵੀਜ਼ੇ ਲੱਗ ਜੂਗੇ, ਏਦਾਂ ਤਾਂ ਨਹੀਂ ਕੋਈ ਦਿੱਕਤ ਨਹੀਂ ਹੈ ਤਾਂ ਠੀਕ ਹੈ ਵੀ ਨਾ ਆਉਣ ਭਾਵੇਂ ਸਾਲ ਬਾਅਦ ਆ ਜਾਣ, ਉਹਦਾ ਵੀਜ਼ੇ ਓਪਨ ਆ ਲੱਗ ਸਕਦੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ ਅਸੀਂ ਓਨਟਾਰੀਓ ਤੋਂ ਬੋਲ ਰਹੇ ਹਾਂ ਜੀ। ਮੇਰੀ ਉਮਰ 45 ਇਅਰਸ ਦੀ ਹੈ ਤੇ ਮੈਂ ਇੱਥੇ ਆਪਣਾ ਕਲੋਜ਼ ਵਰਕ ਪਰਮਿਟ ਲਿੱਤਾ ਹੋਇਆ ਤੇ ਮੇਰਾ ਵਰਕ ਪਰਮਿਟ ਆ ਗਿਆ ਹੋਇਆ ਤੇ ਮੇਰੇ ਵਾਸਤੇ ਅੱਗੇ ਪੀਆਰ ਲੈਣੀ ਹੈ ਤੇ ਉਹਦਾ ਕੀ ਪ੍ਰੋਸੈਸ ਹੋਏਗਾ? ਮੈਂ ਕਿਹੜੇ ਕੈਟਾਗਰੀ 'ਚ ਫਾਈਲ ਲਗਾ ਸਕਦੇ ਹਾਂ? ਤੇ ਮੇਰੇ ਬੱਚੇ 2 ਇੰਡੀਆ ਦੇ ਵਿੱਚ ਨੇ, ਉਹ ਡਿਪੈਂਡੈਂਟ ਦੇ ਵਿੱਚ ਆ ਸਕਦੇ ਨੇ, ਉਹਨਾਂ ਦੀ ਉਮਰ ਹੈਗੀ ਹੈ 21 ਸਾਲ ਦੇ ਕੰਪਲੀਟ ਹੋ ਗਏ ਨੇ ਉਹ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ ਸਾਡੇ ਨਾਲ, ਉਹਨਾਂ ਦਾ ਵੀ ਸਵਾਲ ਲੈ ਲਈ, ਫਿਰ ਅਸੀਂ ਆਨਸਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਮੈਮ ਅਸੀਂ ਇਟਲੀ ਤੋਂ ਬੋਲ ਰਹੇ ਹਾਂ ਜੀ। ਹਾਂਜੀ ਮੈਮ, ਅਸੀਂ ਸਾਡਾ ਸਵਾਲ ਮੇਰਾ ਇਹ ਹੈ ਕਿ ਜਿੱਦਾਂ ਅਸੀਂ ਮੈਮ ਇਟਲੀ ਤੋਂ ਕੈਨੇਡਾ ਮੂਵ ਹੋਣਾ ਚਾਹੁੰਦੇ ਹਾਂ ਤੇ ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੋਈ, ਮੇਰੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ, ਮੈਮ ਮੇਰੇ ਲਈ ਕੀ ਪ੍ਰੋਸੈਸ ਰਹੇਗਾ? ਮਤਲਬ ਅਸੀਂ ਪੀਆਰ ਉੱਥੇ ਹੋਣਾ ਚਾਹੁੰਦੇ, ਇੱਥੇ ਵਰਕ ਕਰਨਾ ਪਰਮਿਟ ਲੈਣਾ ਚਾਹੁੰਦੇ ਤਾਂ ਕੀ ਸਾਡੇ ਲਈ ਈਜ਼ੀ ਹੋਏਗਾ? ਇਟਾਲੀਅਨ ਸਿਟੀਜ਼ਨ ਹੋ ਤੁਸੀਂ? ਹਾਂਜੀ ਸਰ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਮ ਅਸੀਂ BC ਤੋਂ ਬੋਲਦੇ ਹਾਂ। ਮੈਂ ਜਿੱਦਾਂ ਇੱਥੇ ਸੁਪਰ ਵੀਜ਼ੇ ਤੇ ਹਾਂ ਤੇ ਸਾਡਾ ਸੁਪਰ ਵੀਜ਼ਾ ਜਿਹੜਾ ਹੈ ਉਹ 2 ਸਾਲ ਹੋ ਜਾਣੇ ਆ ਤਾਂ ਅਸੀਂ ਅੱਗੋਂ ਇੱਥੋਂ ਹੀ ਦੁਬਾਰਾ ਸੁਪਰ ਵੀਜ਼ੇ ਲਈ ਅਪਲਾਈ ਕਰ ਸਕਦੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਰ ਪਹਿਲਾਂ ਮੈਨੀਟੋਬਾ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਕਿ ਨੈਣੀ ਬੇਸ ਤੇ ਉਹਨਾਂ ਨੇ ਆਪਣੀ ਨੂੰਹ ਦਾ ਲਗਾਇਆ ਸੀ, 2020 ਚ ਬਾਇਓਮੈਟ੍ਰਿਕਸ ਹੋ ਗਏ ਸੀ, ਪਰ ਉਸ ਤੋਂ ਬਾਅਦ ਕੋਈ ਅਪਡੇਸ਼ਨ ਨਹੀਂ ਆਈ। ਤਰਨ ਵੇਟ ਕਰੋ ਭਾਜੀ, ਤੇ ਦੈਟਸ ਵਾਟ ਆਈ ਕੈਨ ਟੈਲ ਯੂ ਬਿਕੋਜ਼ 2020 ਮਾਰਚ ਤੋਂ ਬਾਅਦ ਤਾਂ ਲੋਕਡਾਊਨ ਹੋ ਗਿਆ ਐਂਡ 6-8 ਮਹੀਨੇ ਤੱਕ ਕੋਈ ਕੰਮ ਵੀ ਨਹੀਂ ਹੋਇਆ ਐਂਡ ਪ੍ਰੋਸੈਸਿੰਗ ਦੇ ਵਿੱਚ ਟਾਈਮ ਲੱਗ ਰਿਹਾ, ਬਟ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਹੈ ਜੀ। ਨੈਕਸਟ ਬ੍ਰੈਂਪਟਨ ਤੋਂ ਕਾਲ ਆਈ ਸੀ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਸਿਸਟਰ ਦਾ 2 ਸਾਲ ਦਾ ਇੱਥੇ ਉਹਨਾਂ ਦੇ ਕੋਲ ਕਹਿੰਦੇ ਕਿ ਸਟੱਡੀ ਕੀਤੀ ਹੈ ਐਂਡ ਵਰਕ ਪਰਮਿਟ ਹੈਗਾ, ਪੇਰੈਂਟਸ ਨੂੰ ਬੁਲਾ ਸਕਦਾ ਕਿ ਨਹੀਂ? ਓਕੇ ਜੀ, ਵਿਜ਼ਿਟ ਵੀਜ਼ਾ ਦੀ ਗੱਲ ਕਰੀਏ, ਵਿਜ਼ਿਟ ਵੀਜ਼ਾ ਦੀ ਫਾਈਲ ਲੱਗ ਰਹੀਆਂ ਹੈਗੀਆਂ ਬਟ ਪ੍ਰੋਸੈਸਿੰਗ ਟਾਈਮ ਕਾਫੀ ਵਧਿਆ ਹੋਇਆ ਹੈਗਾ ਐਂਡ ਪ੍ਰੋਸੈਸ ਜ਼ਰੂਰ ਹੋ ਰਹੀਆਂ ਜੀ ਐਂਡ ਔਨ ਕੇਸ ਬਾਈ ਕੇਸ ਹੋ ਰਹੀਆਂ ਹੈਗੀਆਂ।
ਥੋੜੀ ਦੇਰ ਹੋਰ ਅਟਕ ਜਾਓ, ਲੋਕਡਾਊਨ ਖੁੱਲਣ ਦਿਓ, ਚੰਗੀ ਤਰ੍ਹਾਂ ਓਪਨ ਹੋਣ ਦਿਓ ਤੇ ਤਾਂ ਪੁੱਟ ਅਪ ਕਰਿਓ ਜੇ that will be better time। ਜੀ ਬਿਲਕੁਲ। ਨੈਕਸਟ ਸੀ ontario ਤੋਂ ਉਹਨਾਂ ਨੇ ਕਿਹਾ ਕਿ 45 ਇਅਰਸ ਦੀ ਉਹਨਾਂ ਦੀ ਉਮਰ ਹੈ, ਕਲੋਜ਼ ਵਰਕ ਪਰਮਿਟ ਹੈ, ਪੀਆਰ ਲਈ ਅੱਗੇ ਕੀ ਸਕੋਪ ਹੈ? ਬਿਲਕੁਲ ਜੀ, ਜੇ ਇਹਨਾਂ ਦੇ ਕੋਲ ਐਕਸਪੀਰੀਅੰਸ ਹੈਗਾ PNP ਵਾਸਤੇ ਤੇ ਐਕਸਪ੍ਰੈਸ ਐਂਟਰੀ CEC ਕਲਾਸ ਦੇ ਵਿੱਚ ਜੇ 1 ਸਾਲ ਜਿਸ ਦਿਨ ਹੋ ਜਾਏਗਾ ਤੇ ਉਹ ਕੁਆਲੀਫਾਈ ਕਰ ਜਾਣਗੇ। ਅਦਰਵਾਈਜ਼ ਜੇ ਅੱਜ ਦੀ ਤਰੀਕ ਦੇ ਵਿੱਚ ਫਾਈਲ ਲਗਾਉਣੀ ਹੈ ਤੇ PNP ਵਾਸਤੇ ਆਪਸ਼ਨਸ ਆਉਣ ਵਾਲੀਆਂ ਹੈਗੀਆਂ, ਸੋ PNP ਵਾਸਤੇ ਗੈਟ ਰੈਡੀ ਫॉर दैट। ਜੇ ਤੁਹਾਡਾ EMPLOYER ਸਪੋਰਟ ਕਰਨ ਵਾਸਤੇ ਤਿਆਰ ਆ, that is another option that can work for you। ਐਂਡ ਇਹਨਾਂ ਨੇ ਇਹ ਵੀ ਪੁੱਛਿਆ ਸੀਗਾ ਕਿ ਬੇਟਾ ਇਹਨਾਂ ਦਾ 21 ਸਾਲ ਦਾ ਹੋ ਚੁੱਕਾ ਹੈਗਾ। ਜੇ ਬੱਚਾ 21 ਸਾਲ ਦਾ ਹੋ ਚੁੱਕਾ ਹੈਗਾ, ਜੇ ਤੁਹਾਡੀ ਫਾਈਲ ਪਰਮਨੈਂਟ ਰੈਜ਼ੀਡੈਂਸੀ ਦੀ ਬਿਫੋਰ ਹੀ ਟੱਚਸ 22 ਲੱਗ ਜਾਂਦੀ ਹੈਗੀ ਤੇ ਹੀ ਵਿਲ ਸਟਿਲ ਬੀ ਪਾਰਟ ਆਫ ਯੋਰ ਐਪਲੀਕੇਸ਼ਨ। ਜੀ ਇਸ ਤੋਂ ਬਾਅਦ ਇਟਲੀ ਵਾਲਿਆਂ ਦੀ ਕਾਲ ਆਈ ਸੀ, ਕੈਨੇਡਾ ਆਪਣਾ ਸੋਚ ਰਹੇ ਨੇ ਸਕੋਪ ਦੇ ਬਾਰੇ। ਬਿਲਕੁਲ ਜੀ, ਬੇਸਿਕਲੀ ਮੈਨੂੰ 1-on-1 ਕੇਸ ਆਪਣਾ ਡਿਸਕਸ ਕਰ ਸਕਦੇ ਨੇ, ਬਟ 21 ਸਾਲ ਦੇ ਜੇ ਹੈਗੇ ਨੇ, ਇਟਾਲੀਅਨ ਸਿਟੀਜ਼ਨ ਹੈਗੇ ਨੇ, ਵਰਕ ਇਹਨਾਂ ਦੇ ਕੋਲ 2 ਆਪਸ਼ਨਸ ਹੈਗੀਆਂ, ਜਾਂ ਤੇ ਇੱਥੇ ਆ ਕੇ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਦੇ ਵਿੱਚ ਕੈਨੇਡਾ ਆ ਕੇ ਇੱਥੇ ਵਰਕ ਪਰਮਿਟ ਦੇ ਵਿੱਚ ਕੰਮ ਲੱਭ ਸਕਦੇ ਨੇ ਐਂਡ ਇੰਟਰਨੈਸ਼ਨਲ ਗ੍ਰੈਜੂਏਟ ਦੇ ਤੌਰ ਤੇ। ਦੂਜੀ ਆਪਸ਼ਨ ਹੈਗੀ ਕਿਤੇ ਸਟੱਡੀ ਪਰਮਿਟ ਤੇ ਆ ਕੇ ਆਪਸ਼ਨਸ ਆਪਣੇ ਵਾਸਤੇ ਲੱਭ ਸਕਦੇ ਨੇ। ਜੇ ਮੈਰਿਡ ਹੈਗੇ ਨੇ ਤੇ ਆਪਣੇ ਹਸਬੈਂਡ ਦੀ ਡਿਟੇਲਸ ਮੇਰੇ ਨਾਲ ਸ਼ੇਅਰ ਕਰ ਲੈਣ info@iccimmigration.ca ਤੇ ਐਂਡ ਵੀ ਵਿਲ ਗਾਈਡ them ਕਿ ਕਿਹੜੀਆਂ ਆਪਸ਼ਨ ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦੀਆਂ। ਨੈਕਸਟ ਸੀ ਸੁਪਰ ਵੀਜ਼ਾ ਤੇ ਨੇ ਇੱਥੇ, ਤੇ ਉਹ ਪੁੱਛਣਾ ਚਾਹੁੰਦੇ ਸੀ ਕਿ ਐਕਸਪਾਇਰ ਹੋ ਰਿਹਾ ਸੁਪਰ ਵੀਜ਼ਾ, ਦੁਬਾਰਾ ਇੱਥੋਂ ਹੀ ਅਪਲਾਈ ਕਰ ਸਕਦੇ ਨੇ? ਬਿਲਕੁਲ ਜੀ, ਜੇ ਉਹਨਾਂ ਦਾ 2 ਸਾਲ ਦਾ ਸਟੇ, ਬਿਕੋਜ਼ ਨਾਰਮਲੀ ਸੁਪਰ ਵੀਜ਼ਾ ਜਦੋਂ ਲੱਗਦਾ ਹੈਗਾ ਤੇ 10 ਸਾਲ ਦਾ ਵੀਜ਼ਾ ਲੱਗ ਜਾਂਦਾ ਹੈਗਾ। ਜੇ ਉਹਨਾਂ ਦਾ ਵੀਜ਼ਾ ਵੈਲਿਡ ਹੈਗਾ ਆ, ਉਹਨਾਂ ਦਾ 2 ਸਾਲ ਦਾ ਸਟੇ ਖਤਮ ਹੋ ਰਿਹਾ ਤੇ ਉਹ ਐਕਸਟੈਂਸ਼ਨ ਵਿਦਨ ਕੈਨੇਡਾ ਲਗਾ ਸਕਦੇ ਨੇ। ਉਹਦੇ ਵਾਸਤੇ ਤੁਸੀਂ ਸਾਨੂੰ ਜਾਂ ਆਪਣੇ ਕੰਸਲਟੈਂਟ ਨੂੰ ਕੰਟੈਕਟ ਕਰ ਸਕਦੇ ਜੀ ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ ਜੌਬ ਲਾਸ ਦੇ ਬਾਰੇ, ਜਿਹਦੇ ਕਰਕੇ ਵਾਪਸ ਜਾ ਰਹੇ ਨੇ ਜਿਹੜੇ ਨਿਊ ਇਮੀਗ੍ਰੈਂਟਸ ਨੇ। ਜੀ ਤਰਨ, ਬੈਕ ਹੋਮ ਦੀ ਗੱਲ ਕਰੀਏ ਤੇ ਐਕਸਟੈਂਡਡ ਤੁਹਾਡਾ ਸਪੋਰਟ ਸਿਸਟਮ ਬੜਾ ਸਟਰੋਂਗ ਹੁੰਦਾ ਹੈਗਾ, ਬਿਕੋਜ਼ ਤੁਹਾਡੇ ਭੈਣ ਭਾਈ ਹੁੰਦੇ ਨੇ ਫਾਈਨੈਂਸ਼ੀਅਲੀ, ਮੋਰਲੀ ਹਰ ਚੀਜ਼ ਸਪੋਰਟ ਕਰਨ ਵਾਸਤੇ, ਤੁਹਾਡੇ ਮੰਮੀ ਪੇਰੈਂਟਸ ਹੁੰਦੇ ਨੇ, ਤੁਹਾਡੇ ਅੰਕਲ ਆਂਟਸ ਹੁੰਦੇ ਨੇ ਐਂਡ ਤੁਹਾਡੀ ਐਕਸਟੈਂਡਡ ਫੈਮਿਲੀ ਕਜ਼ਨਸ ਵਗੈਰਾ ਹੁੰਦੇ ਨੇ। ਸੋ ਤੁਹਾਡੀ ਕਈ ਚੀਜ਼ਾਂ ਘਰ ਬੈਠੇ ਹੋ ਜਾਂਦੀਆਂ। ਸੋ ਜਦੋਂ ਇੱਥੇ ਆਉਂਦੇ ਹੋ, ਨਵੇਂ ਇਮੀਗ੍ਰੈਂਟ ਹੈਗੇ ਹੋ, ਤੁਹਾਡਾ ਇੱਥੇ ਕੋਈ ਫੈਮਿਲੀ ਨਹੀਂ ਹੈਗੀ, ਤੁਹਾਡਾ ਕੋਈ ਇਹੋ ਜਿਹਾ ਕਲੋਜ਼ ਫਰੈਂਡਸ ਨਹੀਂ ਹੈਗਾ ਤੇ ਤੁਸੀਂ ਉਹ ਲਾਸ ਮਹਿਸੂਸ ਕਰਦੇ ਹੈਗੇ ਹੋ ਕਿ ਬੈਕ ਹੋਮ ਤੁਸੀਂ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹੋ। ਕੈਨੇਡਾ ਇਜ਼ ਵਨ ਆਫ ਦ ਬੈਸਟ ਕੰਟਰੀਜ਼ ਟੂ ਲਿਵ ਇਨ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਦ ਓਪਰਚੁਨਿਟੀਜ਼ ਆਰ ਜਸਟ ਇਮੈਂਸ। ਇਸੇ ਕਰਕੇ ਹੀ ਦੁਨੀਆ ਤੋਂ ਕੈਨੇਡਾ ਹੈਜ਼ ਬਿਕਮ ਵਨ ਆਫ ਦ ਬੈਸਟ ਨੰਬਰ ਫਸਟ 5 ਡੈਸਟੀਨੇਸ਼ਨਸ ਦੇ ਵਿੱਚ ਇਟ ਇਜ਼ ਅ ਡੈਸਟੀਨੇਸ਼ਨ ਆਫ ਚੋਇਸ। ਅਸੀਂ ਫਰੈਸ਼ ਵਾਟਰ ਦੀ ਗੱਲ ਕਰ ਲਈ, ਅਸੀਂ ਏਅਰ ਦੀ ਗੱਲ ਕਰੀਏ, ਇੱਥੇ ਰਹਿੰਦੇ ਹੋਏ ਜ਼ਿੰਦਗੀਆਂ ਇੰਪਰੂਵ ਹੋ ਜਾਂਦੀਆਂ ਜੀ। 10-10 15-15 ਸਾਲ ਤੁਹਾਡਾ ਲਾਈਫ ਸਪੈਨ ਵੱਧ ਜਾਂਦਾ ਹੈਗਾ, ਬਿਕੋਜ਼ ਤੁਸੀਂ ਇੰਨੀ ਕਲੀਨ ਹਵਾ ਲੈਂਦੇ ਹੈਗੇ ਹੋ। ਸੋ ਯੈਸ, ਐਂਡ ਬਿਜ਼ਨਸ ਦੀ ਵੀ ਗੱਲ ਕਰੀਏ, ਇੱਥੇ ਓਪਰਚੁਨਿਟੀਜ਼ ਆਰ ਜਸਟ ਅਮੈਂਸ ਐਂਡ ਅਮੇਜ਼ਿੰਗ। ਐਂਡ ਓਨਲੀ ਥਿੰਗ ਇਜ਼ ਕਿ ਤੁਹਾਨੂੰ ਆ ਕੇ ਪਹਿਲੇ 4-5 ਸਾਲ ਸਟਰਗਲ ਕਰਨੀ ਪੈਂਦੀ ਹੈਗੀ ਐਂਡ ਦੈਨ ਯੂ ਗੈਟ, ਤੁਹਾਡਾ ਫੁੱਟ ਹੋਲਡ ਬਣ ਜਾਂਦਾ ਹੈ ਐਂਡ ਦੈਨ ਯੂ ਸਟਾਰਟ ਐਸਟੈਬਲਿਸ਼ਿੰਗ ਯੋਰ ਸੈਲਫ, ਆਪਣੇ ਬਿਜ਼ਨਸ ਨੂੰ ਐਕਸਪੈਂਸ਼ਨ ਸ਼ੁਰੂ ਕਰ ਦਿੰਦੇ ਹੈਗੇ ਹੋ। ਸੋ ਓਪਰਚੁਨਿਟੀਜ਼ ਬੇਤਹਾਸ਼ਾ ਹੈਗੀਆਂ। ਓਨਲੀ ਥਿੰਗ ਇਜ਼ ਵੀ ਹੈਵ ਟੂ ਬੀ ਪੇਸ਼ੈਂਟ। ਬਟ ਯੈਸ, ਇਹੋ ਜਿਹੀ ਜਦੋਂ ਪੈਂਡੈਮਿਕ ਹੁੰਦਾ ਹੈਗਾ ਕਿ ਕੋਈ ਕਿਸੇ ਨੇ ਐਸਟੀਮੇਟ ਹੀ ਨਹੀਂ ਕੀਤਾ ਸੀਗਾ ਕਿ ਇਹਦਾ ਇੰਪੈਕਟ ਕਿੰਨਾ ਕੁ ਲੰਬਾ ਜਾਏਗਾ। And so that has impacted a lot of people, but otherwise when we practically talk about Canada, it is a destination of choice and which offers wonderful opportunities। ਸਰ opportunities ਦੀ ਗੱਲ ਕੀਤੀ ਹੈ, ਇਸ ਵਕਤ 2021 ਹੈ ਤੇ 4 ਲੱਖ ਦੇ ਕਰੀਬ ਦਾ ਇਹਨਾਂ ਨੇ ਇਸ ਵਕਤ ਦਾ ਟੀਚਾ ਰੱਖਿਆ। ਤੁਹਾਨੂੰ ਲੱਗ ਰਿਹਾ ਕਿ ਹੁਣ ਆਉਣ ਵਾਲੇ ਸਮੇਂ 'ਚ ਜਿਵੇਂ ਪੈਂਡੈਮਿਕ ਥੋੜਾ ਖਤਮ ਹੋ ਰਿਹਾ, ਇਨਵੀਟੇਸ਼ਨਸ ਹੋਰ ਆਉਣਗੇ? 100% ਆਉਣਗੇ ਤਰਨ ਜੀ, ਬਿਕੋਜ਼ ਲਾਸਟ ਈਅਰ ਤੁਹਾਨੂੰ ਯਾਦ ਹੋਵੇਗਾ ਕਿ 3.5 ਲੱਖ 349,000 ਦਾ ਟੀਚਾ ਸੀਗਾ 2020 ਦੇ ਵਿੱਚ, ਸਿਰਫ 1,84,000 ਇਮੀਗ੍ਰੈਂਟਸ ਆ ਸਕੇ। ਇਸ ਸਾਲ ਦਾ ਟੀਚਾ ਗਵਰਨਮੈਂਟ ਦੇ ਉੱਤੇ ਵੀ ਪ੍ਰੈਸ਼ਰ ਹੈਗਾ, ਬਿਕੋਜ਼ ਦੈਟ ਇਜ਼ ਦ ਰੀਜ਼ਨ ਦੇ ਵਾਂਟ ਕਿ ਮੈਕਸਿਮਮ ਨੰਬਰ 'ਚ ਆਪਣੇ ਟੀਚੇ ਦੇ ਕੋਲ ਪਹੁੰਚਣ। ਸੋ 4 ਲੱਖ ਦਾ ਜਿਹੜਾ ਟਾਰਗੇਟ ਲਿੱਤਾ ਗਿਆ ਗਵਰਨਮੈਂਟ ਵੱਲੋਂ, ਆਈ ਐਮ ਵੈਰੀ ਵੈਰੀ ਹੋਪਫੁਲ ਦੈਟ citizenship and immigration and IRCC are working towards and governments are working towards those targets and ਇਸ ਸਾਲਾ ਟਾਰਗੇਟ ਜ਼ਰੂਰ ਮੀਟ ਹੋਣਗੇ ਜੀ। 2020 'ਚ ਬਹੁਤਿਆਂ ਨੇ ਆਪਣੀਆਂ ਅਪਰਚੁਨਿਟੀਜ਼ ਖੋਈਆਂ ਨੇ, ਚਾਹੇ ਉਹ ਸਟੂਡੈਂਟਸ ਹੋਣ, ਇੱਥੇ ਪੋਸਟ ਗ੍ਰੈਡ ਵਰਕ ਪਰਮਿਟ ਵਾਲੇ ਹੋਣ, ਪਰ 2021 ਦੇ ਵਿੱਚ ਅਪਰਚੁਨਿਟੀਜ਼ ਬਹੁਤ ਜ਼ਿਆਦਾ ਆ ਰਹੀਆਂ ਨੇ। ਜਿਨ੍ਹਾਂ ਨੇ ਅਜੇ ਤੱਕ ਕੋਈ ਫਾਈਲ ਨਹੀਂ ਕ੍ਰੀਏਟ ਕੀਤੀ, ਕੁਝ ਕੀਤਾ ਨਹੀਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤਰਨ, ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਐਪਲੀਕੈਂਟਸ ਹੈਗੇ ਨੇ, ਜਿਨ੍ਹਾਂ ਨੂੰ 1 ਸਾਲ ਕੈਨੇਡਾ ਦੇ ਵਿੱਚ ਹੋ ਗਿਆ, ਨੌਕ B ਦੇ ਵਿੱਚ ਘੱਟੋ ਘੱਟ ਕੰਮ ਕਰਦਿਆਂ ਹੋਇਆ, ਸਭ ਤੋਂ ਪਹਿਲਾਂ ਤਾਂ ਕ੍ਰੀਏਟ ਯੋਰ ਪ੍ਰੋਫਾਈਲ। ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਯੂ ਕੈਨ ਥਿੰਕ ਆਫ। ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ, IT ਦੇ ਵਿੱਚ ਆਏ ਹੋਏ ਹੈਗੇ ਹੋ, ਕਿਸੇ ਕਾ ਬਿਜ਼ਨਸ ਦੇ ਵਿੱਚ ਆਏ ਹੋਏ ਹੋ, LMIA ਲੈ ਕੇ ਆਏ ਹੋਏ ਹੋ ਐਂਡ ਨੌਕ OAB ਦੀ ਤੁਹਾਡੇ ਕੋਲ ਜੌਬ ਹੈਗੀ ਹੈ, ਕ੍ਰੀਏਟ ਯੋਰ ਪ੍ਰੋਫਾਈਲ ਫਸਟ ਆਫ ਆਲ। ਡੂ ਨਾਟ ਈਵਨ ਥਿੰਕ ਐਂਡ ਆਪਣੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈ ਕੇ ਕ੍ਰੀਏਟ ਕਰੋ, ਆਪਣੇ ਆਪ ਨਾ ਕਰੋ, ਬਿਕੋਜ਼ ਜਦੋਂ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਨਜ਼ਰ ਆਉਂਦੀਆਂ ਨੇ ਤੇ ਗ੍ਰੀਨਰ ਪੈਸਚਰਸ ਨਜ਼ਰ ਆਉਂਦੇ ਨੇ, ਤੇ ਗਲਤੀਆਂ ਵੀ ਤਾਂ ਹੁੰਦੀਆਂ। ਹਾਇਰ ਅ ਕੰਸਲਟੈਂਟ ਔਰ ਅ ਲਾਇਰ ਟੂ ਹੈਲਪ ਯੂ ਵਿਦ ਸੱਚ ਐਪਲੀਕੇਸ਼ਨਸ
and this is a year you will have lot of opportunities coming your way. ਜੇ lockdown ਖੁੱਲੇਗਾ which we are expecting in second and the third quarter ਤੇ ਬਾਹਰੋਂ applicants ਵੀ ਆਣੇ ਸ਼ੁਰੂ ਹੋ ਜਾਣਗੇ, ਉਦੋਂ Canadian experience ਦਾ ਥੋੜਾ ਜਿਹਾ ਨੰਬਰ ਥੋੜੇ ਜਿਹੇ ਘਟ ਜਾਣਗੇ. So till then the focus on PNPs and CEC would be on in Canada applicants. So ਆਪਣਾ ਪ੍ਰੋਫਾਈਲ ਕ੍ਰੀਏਟ ਕਰੋ. ਪ੍ਰੋਫਾਈਲ ਕ੍ਰੀਏਟ ਕਰਨ ਦੇ ਵਿੱਚ ਹੈਲਪ ਚਾਹੀਦੀ ਹੈ, ICC ਇਮੀਗ੍ਰੇਸ਼ਨ ਦਾ ਸਾਨੂੰ ਕੰਟੈਕਟ ਕਰ ਸਕਦੇ, we will assist you and guide you for the entire application till you get your permanent residency. ਸਰ ਹਮੇਸ਼ਾ ਤੁਹਾਡੇ ਕੋਲ ਵੀ ਕੁਝ ਜੋਬ ਓਪਰਚੁਨਿਟੀਜ਼ ਹੁੰਦੀਆਂ ਨੇ, ਇਸ ਵਾਰ ਵੀ ਤੁਹਾਡੇ ਕੋਲ ਹੈ? ਬਿਲਕੁਲ ਤਰਨ ਜੀ, ਸਾਡੇ ਕੋਲ ਇਸ ਟਾਈਮ ਤੇ ਓਪਨਿੰਗਸ ਹਸਪਿਟੈਲਿਟੀ ਸੈਕਟਰ ਦੀਆਂ ਓਨਟਾਰੀਓ ਦੀ ਵੀ ਹੈਗੀਆਂ, ਨੋਵਾ ਸਕੋਸ਼ੀਆ ਐਂਡ ਨਿਊ ਬ੍ਰੰਸਵਿਕ ਦੀਆਂ ਵੀ ਹੈਗੀਆਂ. ਸੋ ਸਾਡੇ ਕੋਲ ਲਾਈਨ ਕੁਕਸ ਦੀਆਂ, ਰੈਸਟੋਰੈਂਟ ਸੁਪਰਵਾਈਜ਼ਰ ਦੀਆਂ, ਫੂਡ ਕਾਊਂਟਰ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਸੁਪਰਵਾਈਜ਼ਰ ਦੀਆਂ ਓਪਨਿੰਗਸ ਹੈਗੀਆਂ. ਸੋ ਜੇ ਤੁਹਾਡਾ ਐਕਸਪੀਰੀਅੰਸ ਹਸਪੀਟਲ ਈਵਨ ਐਡਮਿਨਿਸਟ੍ਰੇਟਿਵ ਜੌਬਸ ਦੀਆਂ ਵੀ ਓਪਨਿੰਗਸ ਹੈਗੀਆਂ. ਸੋ ਜੇ ਤੁਹਾਡਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੈਗਾ ਜਾਂ ਇਸ ਤਰ੍ਹਾਂ ਦੀ ਓਪਨਿੰਗਸ ਤੁਸੀਂ ਲੱਭ ਰਹੇ ਹੈਗੇ ਹੋ, ਹਾਲੇ ਤੱਕ ਤੁਹਾਨੂੰ ਨੌਕਰੀ ਦੀ ਜੌਬ ਹੀ ਨਹੀਂ ਮਿਲ ਪਾ ਰਹੀ, ਤੇ ICC ਤੇ ਜ਼ਰੂਰ ਕੰਟੈਕਟ ਕਰੋ. ਵੀ ਵੁੱਡ ਬੀ ਏਬਲ ਟੂ ਅਸਿਸਟ ਯੂ ਐਂਡ ਗਾਈਡ ਯੂ. ਐਂਡ ਓਨਲੀ ਥਿੰਗ ਇਜ਼ CV ਫਾਰਵਰਡ ਕਰੋ ਐਂਡ ਤੁਹਾਡੀ ਇੰਟਰਵਿਊ ਕਰਵਾਵਾਂਗੇ. ਵਾਈ ਡੂ ਵੀ ਹੈਵ ਓਪਨਿੰਗਸ? ਬਿਕੋਜ਼ ਸਾਡੇ ਕੋਲ ਵੀ ਹੈਵ ਬੀਨ ਇਨ ਬਿਜ਼ਨਸ ਫॉर 14+ ਈਅਰਸ. ਜਿਹੜੇ ਵੀ ਦੋਸਤਾਂ ਦੇ ਕੋਲ ਓਪਨਿੰਗਸ ਆਉਂਦੀਆਂ ਜਿਨ੍ਹਾਂ ਨਾਲ ਅਸੀਂ ਕੰਮ ਕੀਤਾ ਹੋਇਆ, ਉਹ ਦੇ ਰੀਚ ਆਊਟ ਟੂ ਅਸ ਕਿ ਜੇ ਤੁਸੀਂ ਐਪਲੀਕੈਂਟ ਦੇ ਸਕਦੇ ਹੋ. ਸੋ ਦੈਟ ਇਜ਼ ਹਾਊ ਵੀ ਗੈਟ ਦੋਜ਼ ਓਪਨਿੰਗਸ. ਸੋ ਜੇ ਆਪਣੀ CV ਸਾਨੂੰ ਫਾਰਵਰਡ ਕਰ ਦਿਓ, ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਹੋਪਫੁਲੀ ਯੂ ਗੈਟ ਦ ਜੌਬ. ਐਂਡ ਤੁਸੀਂ ਸਾਲ ਬਾਅਦ CEC ਦੇ ਵਿੱਚ ਜਾਂ PNPs ਦੇ ਵਿੱਚ ਆਰਾਮ ਨਾਲ ਕੁਆਲੀਫਾਈ ਕਰ ਸਕੋਗੇ. ਜੀ ਬਿਲਕੁਲ. ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ? ਸਿਰਫ ਇੱਕੋ ਚੀਜ਼ ਕਹਿਣਾ ਚਾਹਾਂਗੇ ਜੀ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਐਂਡ ਸਟ੍ਰੇਟ ਫਾਰਵਰਡ ਇਨਫੋਰਮੇਸ਼ਨ ਲੈਣ ਵਾਸਤੇ ਤਿਆਰ ਹੋ. ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਵਿਦ ਇਨ ਕੈਨੇਡਾ ਬੈਠੇ ਹੋਏ ਹੋ ਐਂਡ ਤੁਹਾਡੇ ਕੋਲ ਜੌਬ ਹੀ ਨਹੀਂ ਹੈਗੀ, ਜਾਂ ਆਪਣਾ ਤੁਹਾਡਾ ਵੀਜ਼ਾ ਐਕਸਪਾਇਰ ਹੋਣ ਤੇ ਆ ਗਿਆ, ਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ. ਬਿਕੋਜ਼ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੇ ਕੇਸ ਖਰਾਬ ਨਾ ਕਰ ਲਿਆ ਜੇ. ਬਿਕੋਜ਼ ਸਾਡੇ ਕੋਲ ਕੱਲ੍ਹ ਵੀ ਇੱਕ ਬੱਚਾ ਇਹੋ ਜਿਹਾ ਆਇਆ ਸੀਗਾ ਜਿਹਨੇ ਜੁਲਾਈ ਦੇ ਵਿੱਚ ਆਪਣੀ ਪੋਸਟ ਗ੍ਰੈਡ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਈ ਸੀਗੀ ਐਂਡ ਅੱਜ ਮਾਰਚ ਤੱਕ ਉਹਨਾਂ ਦੇ ਕੋਲ ਕੋਈ ਅਪਡੇਟਸ ਨਹੀਂ ਹੈਗੀਆਂ ਕਿ ਕੋਈ ਇਸ਼ੂ ਨਹੀਂ ਹੋਇਆ. ਸੋ ਕਈ ਵਾਰੀ ਛੋਟੀ ਛੋਟੀ ਗਲਤੀਆਂ ਤੁਹਾਨੂੰ ਬੜੀਆਂ ਭਾਰੀਆਂ ਪੈ ਜਾਂਦੀਆਂ ਹੈਗੀਆਂ. ਸੋ ਇਸੇ ਤਰ੍ਹਾਂ ਜਦੋਂ ਪ੍ਰੋਫਾਈਲ ਕ੍ਰੀਏਟ ਕਰੋ, ਮੇਕ ਸ਼ੋਰ ਯੂ ਡੂ ਇਟ ਡਿਲੀਜੈਂਟਲੀ, ਤਾਂ ਕਿ ਕੋਈ ਵੀ ਇਸ਼ੂ ਤੁਹਾਨੂੰ ਬਾਅਦ ਚੋਂ ਨਾ ਆਵੇ. ਐਂਡ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਐਂਡ ਯੂ ਪਲਾਨ ਟੂ ਐਸਟੈਬਲਿਸ਼ ਯੋਰ ਬਿਜ਼ਨਸ ਇਨ ਕੈਨੇਡਾ, ਤੇ ਰੀਚ ਆਊਟ ਟੂ ICC ਇਮੀਗ੍ਰੇਸ਼ਨ ਐਂਡ ਵੀ ਵਿਲ ਬੀ ਹੈਪੀ ਟੂ ਅਸਿਸਟ ਯੂ ਇਨ ਯੋਰ in your journey to Canada. ਬਿਲਕੁਲ ਸਰ. ਤੇ ਮਿਸੀਸਾਗਾ ਵੈਸੇ ਖੁੱਲ ਚੁੱਕਿਆ, ਆਫਿਸਿਸ ਖੁੱਲ ਹੋ ਚੁੱਕੇ ਨੇ ਤੁਹਾਡੇ, ਜੇ ਅਪਾਇੰਟਮੈਂਟ ਵਗੈਰਾ ਬੁੱਕ ਕਰਵਾਉਣੀ? ਹਾਂਜੀ ਤਰਨ, ਬਿਲਕੁਲ ਅਸੀਂ ਅਪਾਇੰਟਮੈਂਟ ਦੇ ਨਾਲ ਮਿਲ ਰਹੇ ਹਾਂ ਜੀ. ਤੇ ਜੇ ਤੁਸੀਂ ਸਾਡੇ ਨਾਲ 1-on-1 ਅਪਾਇੰਟਮੈਂਟ ਰੱਖਣਾ ਚਾਹੁੰਦੇ ਹੈਗੇ ਹੋ, ਵੀ ਕੈਨ ਡੂ ਇਟ ਓਵਰ ਦਾ ਸਕਾਈਪ, ਓਵਰ ਦਾ ਵੀਡੀਓ ਕਾਲ. ਔਰ ਜੇ ਤੁਸੀਂ ਆਫਿਸ ਆ ਕੇ 1-on-1 ਮਿਲਣਾ ਹੈਗਾ ਤਾਂ ਵੀ ਤੁਹਾਨੂੰ ਪ੍ਰਾਇਰ ਅਪਾਇੰਟਮੈਂਟ ਲੈਣੀ ਪਏਗੀ ਐਂਡ ਵੀ ਆਰ ਅਵੇਲੇਬਲ ਫॉर दैट ਐਜ਼ ਵੈਲ. ਜੀ ਬਿਲਕੁਲ. ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ. ਥੈਂਕ ਯੂ ਵੈਰੀ ਮਚ ਤਰਨ, ਇਟਸ ਆਲਵੇਜ਼ ਅ ਪਲੇਜ਼ਰ. ਥੈਂਕ ਯੂ. ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ. ਤੁਸੀਂ ਮਨੂ ਦੱਤਾ ਜੀ ਤੋਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹਨਾਂ ਦੇ ਆਫਿਸਿਸ ਵਿੱਚ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ. ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ. ਦੇਖਦੇ ਰਹੋ ਹਮਦਰ TV. ਸਤਿ ਸ਼੍ਰੀ ਅਕਾਲ. ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ.